ਗਿਲਸ ਮਿੰਟੋ ਈ ਲਰਨਿੰਗ ਪਲੇਟਫਾਰਮ 'ਤੇ ਤੁਹਾਡਾ ਸਵਾਗਤ ਹੈ। ਅੱਜ ਅਸੀਂ ਆਪਣਾ ਲੈਕਚਰ ਨੰਬਰ ਫਸਟ ਦੇਖ ਰਹੇ ਹਾਂ, ਯਾਨੀ ਕਿ ਬੱਚਿਓ ਅੱਜ ਆਪਾਂ ਐਕਸਰਸਾਈਜ਼ ਦੇ ਲਈ MCQ ਦੀ ਰਿਵੀਜ਼ਨ ਸਟਾਰਟ ਕਰਨ ਜਾ ਰਹੇ ਹਾਂ। ਤਾਂ MCQ ਰਿਵੀਜ਼ਨ ਦਾ ਆਪਣਾ ਲੈਕਚਰ ਨੰਬਰ ਫਸਟ ਹੈ ਅਤੇ ਨਾਲ ਜਿਹੜਾ ਤੁਹਾਨੂੰ 51 ਲੈਕਚਰ ਤੁਹਾਡੇ ਕੋਲ ਅਪਲੋਡ ਹੋ ਗਿਆ ਹੋਣਾ, ਉਹ ਵੀ ਨਾਲ ਚੱਲੇਗਾ, ਰਿਵੀਜ਼ਨ ਵੀ ਨਾਲ ਚੱਲੇਗੀ। ਕੁਝ ਟੌਪਿਕਸ ਰਹਿੰਦੇ ਨੇ ਉਹ ਕੰਪਲੀਟ ਹੋ ਜਾਣਗੇ ਅਤੇ ਨਾਲ ਰਿਵੀਜ਼ਨ ਵੀ ਸਟਾਰਟ ਹੋ ਚੁੱਕੀ ਹੈ। ਸੋ ਪਹਿਲਾ ਕੁਐਸਚਨ ਦੇਖੋ ਅੱਜ ਦਾ, ਕਹਿੰਦੇ ਫੈਕਟਰੀ ਦੀ ਡੈਫੀਨੇਸ਼ਨ ਪੁੱਛ ਰਿਹਾ। ਤੁਹਾਨੂੰ ਦੋ ਤਰੀਕੇ ਨਾਲ ਦੱਸੇ ਸੀ ਡੈਫੀਨੇਸ਼ਨ ਮੈਂ। ਕਹਿੰਦੇ ਫੈਕਟਰੀ ਮੀਨਸ ਐਨੀ ਪ੍ਰਮਿਸਿਸ ਇੰਕਲੂਡਿੰਗ ਦੀ ਪ੍ਰੈਜ਼ੈਂਟਸ ਦੇਅਰ ਆਫ ਦੀ ਵੇਅਰ ਔਰ ਮੋਰ ਵਰਕਰਸ ਔਰ ਵਰਕਿੰਗ ਔਰ ਵਿਊਰ ਵਰਕਿੰਗ ਔਰ ਐਨੀ ਡੇ ਆਫ ਦੀ ਪ੍ਰੋਸੀਡਿੰਗ 12 ਮੰਥ ਐਂਡ ਇਨ ਐਨੀ ਪਾਰਟ ਆਫ ਵਿਚ ਦਾ ਮੈਨੂਫੈਕਚਰਿੰਗ ਪ੍ਰੋਸੈਸ ਇਜ਼ ਬਿੰਗ ਕੈਰੀਡ ਔਨ ਵਿਦਾਊਟ ਦੀ ਏਡ ਆਫ ਪਾਵਰ ਇਜ਼ ਓਨਲੀ ਸੋ ਕੈਰੀਡ ਔਨ। ਦੱਸੋ ਮੈਨੂੰ, ਬਸ ਸਿੰਪਲ ਜੀ ਗੱਲ ਹੈ। ਲਾਸਟ ਚੀਜ਼ ਦੇਖ ਲਿਆ ਕਰੋ ਕਿ ਉਰੇ ਪੁੱਛਿਆ ਕੀ ਹੈ, ਵਿਦਾਊਟ ਏਡ ਆਫ ਪਾਵਰ ਵਿੱਚ ਕਿੰਨੇ ਪਰਸੈਂਟ ਇਨਵੋਲਵ ਹੁੰਦੇ ਆ, ਮੈਨੂੰ ਦੱਸੋ। ਵਿਦਾਊਟ ਏਡ ਆਫ ਪਾਵਰ ਵਿੱਚ ਕਿੰਨੇ ਪਰਸੈਂਟ ਇਨਵੋਲਵ ਹੁੰਦੇ ਆ ਫੈਕਟਰੀ ਐਕਟ ਵਿੱਚ। ਜਦੋਂ ਆਪਾਂ ਫੈਕਟਰੀ ਐਕਟ ਦੀ ਡੈਫੀਨੇਸ਼ਨ ਪੜ੍ਹਦੇ ਹਾਂ ਉਸ ਵਿੱਚ ਦੱਸਿਆ ਹੋਇਆ ਹੈ ਕਿ ਵਿਦਾਊਟ ਏਡ ਆਫ ਪਾਵਰ ਕਿੰਨੇ ਪਰਸਨ ਹੋਣੇ ਚਾਹੀਦੇ ਨੇ ਤਾਂ ਉਹ ਡੈਫੀਨੇਸ਼ਨ ਵਿੱਚ ਆਉਣਗੇ। ਵਿਦ ਪਾਵਰ ਕਿੰਨੇ ਪਰਸਨ ਹੋਣੇ ਚਾਹੀਦੇ ਨੇ, ਇਸਟੈਬਲਿਸ਼ਮੈਂਟ ਵਿੱਚ ਕੰਮ ਕਰਦੇ ਹੋਣੇ ਚਾਹੀਦੇ ਨੇ ਤਾਂ ਉਹ ਫੈਕਟਰੀ ਐਕਟ ਵਿੱਚ ਆਉਣਗੇ। ਦੱਸੋ ਮੈਨੂੰ 10, 50, 20, 100 ਫੈਕਟਰੀ ਐਕਟ ਦੇ ਮੁਤਾਬਿਕ ਦੱਸਣਾ ਹੈ। ਵਿਦਾਊਟ ਏਡ ਆਫ ਪਾਵਰ ਦੇ ਨਾਲ ਕਿੰਨੇ ਪਰਸਨ ਕੰਮ ਕਰਦੇ ਹੋਣੇ ਚਾਹੀਦੇ ਨੇ ਤਾਂ ਹੀ ਉਹ ਫੈਕਟਰੀ ਐਕਟ ਦੇ ਅੰਡਰ ਆਉਣਗੇ। ਉਹ ਇਹੀ ਕੁਐਸਚਨ ਪੁੱਛ ਰਿਹਾ। ਉੱਪਰ ਉਹਨੇ ਡੈਫੀਨੇਸ਼ਨ ਜ਼ਰੂਰ ਦੇਤੀ, ਮੈਂ ਥੱਲੇ ਉਹਨੇ ਕੁਝ ਹੋਰ ਪੁੱਛਿਆ। ਇਹਦਾ ਆਂਸਰ ਆ ਜਾਏਗਾ ਆਪਣਾ ਸੀ ਆਪਸ਼ਨ। ਠੀਕ ਹੈ, 20% ਕੰਮ ਹੋਣੇ ਚਾਹੀਦੇ ਨੇ। ਕਹਿੰਦੇ ਹੈਜ਼ ਪਰ ਦਾ ਫੈਕਟਰੀ ਐਕਟ, ਫੈਕਟਰੀ ਐਕਟ ਦੇ ਮੁਤਾਬਿਕ ਅਡਲਟ ਆਪਾਂ ਕਿਸ ਨੂੰ ਕਵਾਂਗੇ, ਜਿਸ ਦੀ ਏਜ ਕਿੰਨੀ ਹੋ ਜਾਣੀ ਚਾਹੀਦੀ ਹੈ। ਧਿਆਨ ਨਾਲ ਪੜ੍ਹੋ, ਅਡਲਟ ਆਪਾਂ ਕਿਸ ਨੂੰ ਕਵਾਂਗੇ ਜਿਸ ਦੀ ਏਜ ਕਿੰਨੀ ਹੋ ਜਾਣੀ ਚਾਹੀਦੀ ਹੈ, ਦੱਸੋ। 15, 16, 17, 18। ਇਸਦਾ ਆਂਸਰ ਆ ਜਾਏਗਾ ਆਪਣਾ 18। ਡਨ। ਅਡਲਟ ਕਿਹਨੂੰ ਕਵਾਂਗੇ ਜਿਹਦੀ ਜਿਹੜੀ ਏਜ ਹੈ ਕਿੰਨੀ ਹੋ ਜਾਣੀ ਚਾਹੀਦੀ, 18। ਹੁਣ ਤੁਸੀਂ ਮੈਨੂੰ ਦੱਸੋ, ਮਤਲਬ ਜੇ ਆਪਾਂ ਗੱਲ ਕਰੀਏ ਚਾਈਲਡ ਕਿਹਨੂੰ ਕਵਾਂਗੇ। ਚਾਈਲਡ ਦੀ ਡੈਫੀਨੇਸ਼ਨ ਚਲੋ ਅਗਲਾ ਆ ਹੀ ਗਿਆ ਆਪਣਾ ਕੁਐਸਚਨ। ਹੈਜ਼ ਫੈਕਟਰੀ ਐਕਟ ਚਾਈਲਡ ਕਿਹਨੂੰ ਕਵਾਂਗੇ ਆਪਾਂ। ਚਾਈਲਡ ਦੀ ਡੈਫੀਨੇਸ਼ਨ ਕੀ ਹੈ ਫੈਕਟਰੀ ਐਕਟ ਦੇ ਮੁਤਾਬਿਕ, ਜਿਹਨੇ ਆਪਣੀ ਏਜ ਕਿੰਨੀ ਕੰਪਲੀਟ ਨਹੀਂ ਕੀਤੀ, 14, 15, 16, 18। ਇਹਦਾ ਆਂਸਰ ਆ ਜਾਏਗਾ ਜਿਹਨੇ ਆਪਣੀ ਹਾਲੇ ਤੱਕ ਏਜ 15 ਕੰਪਲੀਟ ਨਹੀਂ ਕੀਤੀ, ਯਾਨੀ ਕਿ ਉਹ 15 ਤੋਂ ਘੱਟ ਹੈ। ਠੀਕ ਹੈ, ਤਾਂ ਉਹ ਕੌਣ ਹੋਏਗਾ, ਚਾਈਲਡ ਦੀ ਡੈਫੀਨੇਸ਼ਨ ਵਿੱਚ ਆਏਗਾ। ਸਮਝ, ਜਿਹਦੀ ਏਜ 15 ਸਾਲ ਤੋਂ ਘੱਟ ਹੈ ਉਹਨੂੰ ਆਪਾਂ ਚਾਈਲਡ ਆਖਾਂਗੇ ਫੈਕਟਰੀ ਐਕਟ ਦੇ ਮੁਤਾਬਿਕ। ਡਨ। ਇੱਕ ਹੋਰ ਡੈਫੀਨੇਸ਼ਨ ਹੈ, ਤੁਸੀਂ ਮੈਨੂੰ ਦੱਸਣਾ 15 ਤੋਂ ਲੈ ਕੇ 18 ਤੱਕ ਜਾਂ 17 ਤੱਕ ਹੋਵੇ ਜਾਂ 18 ਤੱਕ, ਐਸੀ ਕਿਹੜੀ ਡੈਫੀਨੇਸ਼ਨ ਹੈ ਜੋ ਫੈਕਟਰੀ ਐਕਟ ਦੇ ਅੰਦਰ ਆਉਂਦੀ ਹੈ, ਤੁਸੀਂ ਮੈਨੂੰ ਦੱਸਣਾ। ਠੀਕ ਹੈ, ਅਗਲਾ ਕੁਐਸਚਨ। ਹੈਜ਼ ਪਰ ਦਾ ਫੈਕਟਰੀ ਐਕਟ ਵਿਚ ਅਮੰਗ ਦਾ ਫੋਲੋਇੰਗ ਆਰ ਦੀ ਟਰੂ ਇਨ ਰਿਸਪੈਕਟ ਆਫ ਡੈਫੀਨੇਸ਼ਨ ਆਫ ਵਰਕਰ। ਹੁਣ ਉਹਨੇ ਡੈਫੀਨੇਸ਼ਨ ਪੁੱਛ ਲਈ ਉਹਨੇ ਵਰਕਰ ਦੀ, ਸਮਝ ਗਏ। ਹੁਣ ਉਹਨੇ ਡੈਫੀਨੇਸ਼ਨ ਪੁੱਛ ਲਈ ਵਰਕਰ ਦੀ, ਤੁਸੀਂ ਮੈਨੂੰ ਦੱਸੋ ਵਰਕਰ ਦੀ ਡੈਫੀਨੇਸ਼ਨ ਕਿਆ ਹੈ। ਵਰਕਰ ਮੀਨਸ ਅ ਪਰਸਨ ਇੰਪਲੋਇਡ, ਉਹਨੇ ਪੁੱਛਿਆ ਵਰਕਰ ਮੀਨਸ ਪਰਸਨ ਇੰਪਲੋਇਡ ਡਾਇਰੈਕਟਲੀ ਔਰ ਬਾय ਅ ਥਰੂ ਆਊਟ ਐਨੀ ਏਜੰਸੀ ਇੰਕਲੂਡਿੰਗ ਅ ਕੰਟਰੈਕਟਰ with or without the knowledge of the principal employer whether for the remuneration or not in any manufacturing process। ਦੈਨ ਹੁਣ ਉਹਨਾਂ ਨੇ ਪੁੱਛ ਲਈ ਕਿ ਵਰਕਰ ਦੀ ਡੈਫੀਨੇਸ਼ਨ ਕਿਆ। ਇਹਨਾਂ ਨੂੰ ਦੇਖਦੇ ਹੋਏ ਕਿਹੜੇ ਕਿਹੜੇ ਆਪਸ਼ਨ ਇਹਦੇ ਨਾਲ ਸਹੀ ਲੱਗਣਗੇ, ਵਰਕਰ ਦੀ ਡੈਫੀਨੇਸ਼ਨ ਵਿੱਚ ਕਿਹੜੇ ਕਿਹੜੇ ਇਹਨਾਂ 'ਚੋਂ ਪੁਆਇੰਟ ਹੈ ਜਿਹੜੇ ਸਹੀ ਲੱਗਣਗੇ। ਥਰਡ ਫੋਰਥ, ਫਸਟ ਥਰਡ ਫੋਰਥ, ਫਸਟ ਸੈਕਿੰਡ ਫਸਟ ਫੋਰਥ, ਫਸਟ ਸੈਕਿੰਡ ਥਰਡ ਫੋਰਥ। ਸਮਝ ਗਿਆ, ਵਰਕਰ ਦੀ ਡੈਫੀਨੇਸ਼ਨ ਪੁੱਛੇ ਇਹਨਾਂ ਚਾਰਾਂ ਸਟੇਟਮੈਂਟ ਦੇ ਮੁਤਾਬਿਕ। ਜੇ ਤੁਹਾਨੂੰ ਮੈਂ ਪੜ੍ਹਾਇਆ ਸੀ ਵਰਕਰ ਦੀ ਡੈਫੀਨੇਸ਼ਨ, ਉਸ ਵਿੱਚ ਦੱਸਿਆ ਸੀ ਕਿ ਵਰਕਰ ਕਿਹਨੂੰ ਕਹਾਵਾਂਗੇ, ਤਾਂ ਇਹ ਚਾਰੋਂ ਆਪਸ਼ਨ ਦੇਖੋ। ਜਾਂ ਏਜੰਸੀ ਦੁਆਰਾ ਰਿਕਰੂਟ ਹੋ ਕੇ ਆਇਆ ਹੋਵੇ, ਦੈਨ ਇੰਕਲੂਡਿੰਗ ਕੰਟਰੈਕਟਰ, ਜਾਂ ਨੌਲੇਜ ਹੋਵੇ ਪ੍ਰਿੰਸੀਪਲ ਇੰਪਲੋਇਰ ਨੂੰ ਕਿ ਮੇਰੇ ਕੋਲ ਰਿਕਰੂਟ ਹੋ ਕੇ ਆ ਰਿਹਾ, ਜਾਂ ਨਾ ਹੋਵੇ ਤਾਂ ਵੀ ਉਹਨੂੰ ਵਰਕਰ ਆਖਾਂਗੇ। ਦੈਨ ਭਾਵੇਂ ਉਹਦੀ ਰੈਮੂਨੇਸ਼ਨ ਹੋਵੇ ਨਾ ਹੋਵੇ ਤਾਂ ਵੀ ਉਹਨੂੰ ਵਰਕਰ ਆਖਾਂਗੇ, ਜਾਂ ਕੋਈ ਮੈਨੂਫੈਕਚਰਿੰਗ ਪ੍ਰੋਸੈਸ ਕੰਮ ਕਰਦਾ ਹੋਵੇ ਤਾਂ ਵੀ ਉਹਨੂੰ ਵਰਕਰ ਆਖਾਂਗੇ। ਇਹਨਾਂ ਚਾਰਾਂ ਵਿੱਚੋਂ ਕਿਹੜੀ ਐਸੀ ਸਟੇਟਮੈਂਟ ਜੋ ਠੀਕ ਨੇ, ਦੱਸੋ। ਇਹਦਾ ਆਂਸਰ ਕੀ ਆ ਜਾਏਗਾ ਆਪਣਾ, ਇਹਦਾ ਆਂਸਰ ਆ ਜਾਏਗਾ ਆਪਣਾ ਚਾਰੋਂ ਆਪਸ਼ਨ ਠੀਕ ਨੇ। ਠੀਕ ਹੈ, ਫਸਟ ਸੈਕਿੰਡ ਥਰਡ ਫੋਰਥ ਚਾਰੋਂ ਸਟੇਟਮੈਂਟਾਂ ਨਾਲ ਆਪਾਂ ਵਰਕਰ ਦੀ ਡੈਫੀਨੇਸ਼ਨ ਨੂੰ ਕਹਾਇਆ ਜਾ ਸਕਦਾ। ਅਗਲਾ ਕੁਐਸਚਨ। ਹੈਜ਼ ਪਰ ਦਾ ਫੈਕਟਰੀ ਐਕਟ, ਫੈਕਟਰੀ ਮੀਨਸ ਇਹ ਦੁਆਰਾ ਆਪਾਂ ਦਾ, ਹਾਂ ਹੁਣ ਉਰੇ ਜਿਹੜਾ ਪੰਜਵਾਂ ਹੈ ਕੁਐਸਚਨ ਦੇਖੋਗੇ, ਉਪਰਲੀ ਸਾਰੀ ਡੈਫੀਨੇਸ਼ਨ ਉਹਨੇ ਸੇਮ ਰੱਖੀ ਹੈ, ਥੱਲੇ ਉਹਨੇ ਕਿਹਾ ਤਾ ਕਿ ਵਿਦ ਦੀ ਏਡ ਆਫ ਪਾਵਰ। ਤਾਂ ਕਿਹੜੇ ਪਰਸਨ ਐਸੇ ਹੋਣਗੇ ਜਿਹੜੇ ਮਤਲਬ ਵਿਦ ਦੀ ਏਡ ਆਫ ਪਾਵਰ ਕੰਮ ਕਰਦੇ ਹੋਣਗੇ, ਯਾਨੀ ਕਿ ਇੱਕ ਇਸਟੈਬਲਿਸ਼ਮੈਂਟ ਵਿੱਚ ਕਿੰਨੇ ਐਸੇ ਪਰਸਨ ਕੰਮ ਹੋ ਜਾਣੇ ਚਾਹੀਦੇ ਹੈ, ਯਾਨੀ ਕਿ ਕੰਮ ਕਰਦੇ ਹੋ ਜਾਣੇ ਚਾਹੀਦੇ ਹੈ ਜੋ ਵਿਦ ਦੀ ਏਡ ਆਫ ਪਾਵਰ ਕੰਮ ਕਰਦੇ ਹੋਣਗੇ, ਯਾਨੀ ਕਿ ਪਾਵਰ ਦਾ ਯੂਜ਼ ਕਰਦੇ ਹੋਣਗੇ, ਤਾਂ ਹੀ ਉਹਨਾਂ ਨੂੰ ਆਪਾਂ ਫੈਕਟਰੀ ਐਕਟ 'ਚ ਲਵਾਂਗੇ। ਕਿੰਨੇ ਐਸੇ ਪਰਸਨ ਦੀ ਲੋੜ ਹੁੰਦੀ ਹੈ, ਘੱਟੋ ਘੱਟ ਇੰਨੇ ਤਾਂ ਹੋਣੇ ਚਾਹੀਦੇ ਹੈ, 10, 20, 50, 100।
उपली डेफिनेशन देखो पहले क्वेश्चन आ सेम है, पर थले उसने उस वक्त विदाउट एड ऑफ पावर ना पूछ लिया सी, उरे उसने विद एड पावर पूछ लिया। ये आंसर आ जाएगा 10। डन। अगला क्वेश्चन, हैज़ पर द फैक्ट्रीज एक्ट फैक्ट्री डज नॉट इंक्लूड विच अमंग द फॉलोइंग। फैक्ट्री एक्ट में किहड़ी-किहड़ी चीज़ां नहीं आउंदियां, मतलब कि फैक्ट्री की डेफिनेशन में नहीं आउंदियां। पहला है ऑप्शन, अ माइन सब्जैक्ट टू द ऑपरेशन ऑफ द माइंस एट 1952, मोबाइल यूनिट बिलोंगिंग टू द आर्म्ड फोर्सेस ऑफ द यूनियन, अ रेलवे रनिंग शेड, अ होटल रेस्टोरेंट ईटिंग प्लेस। इन्हें चारों स्टेटमेंट देखते हुए दसो कि चीज़ है जो फैक्ट्री की डेफिनेशन के अंडर नहीं आएगी, जिसके ऊपर फैक्ट्री एक्ट नहीं लगेगा। पढ़ो ध्यान नाल। ये आंसर क्या आ जाएगा अपना, चारों स्टेटमेंट ठीक है। ठीक है, जे कोई होटल रेस्टोरेंट ईटिंग प्लेस है वो फैक्ट्री एक्ट के अंडर नहीं आ रहा, जे रेलवे रनिंग शैड है वो फैक्ट्री एक्ट के अंडर नहीं आ रहा, तो जो कोई आर्मड फोर्स ਨਾਲ ਰਿਲੇਟਡ है वो भी फैक्ट्री एक्ट के अंडर नहीं आ रहा, जे कोई माइनर सब्जैक्ट ਨਾਲ ਰਿਲੇਟਡ है वो भी फैक्ट्री एक्ट के अंडर नहीं आ रहा। समझ गए? चलो अगला क्वेश्चन, हैज़ पर द फैक्ट्री एक्ट डैश ऑफ द फैक्ट्री मीन्स द पर्सन हु हैज़ द अल्टीमेट कंट्रोल ओवर द अफेयर्स ऑफ द फैक्ट्री। फैक्ट्री एक्ट के मुताबिक कोई ऐसा पर्सन है जिसके कोल अल्टीमेट अथॉरिटी है फैक्ट्री के अफेयर्स ਨੂੰ कंट्रोल ਕਰਨ ਦੀ। ਕਿਹੜਾ ऐसा पर्सन है? मैनेजर, ओनर, डायरैक्टर, ऑक्यूपायर। इसका आंसर आ जाएगा अपना ऑक्यूपायर। ठीक है, 7 आंसर आ जाएगा अपना ऑक्यूपायर। अगला क्वेश्चन, द डैश ऑफ द रेलवे प्रोडक्शन यूनिट हैव बीन अपॉइंटेड एज द ऑक्यूपायर ऑफ द रिस्पेक्टिव यूनिट्स इन द टर्म्स ऑफ द प्रोविजंस ऑफ द फैक्ट्रीज एक्ट 1948। दसो मैं रेलवे की प्रोडक्शन ਲਈ ऑक्यूपायर आखांगे जिसनों ਆਪਾਂ उसकी पोजीशन क्या होएगी? जनरल मैनेजर की होएगी, चीफ परसोनल ऑफिसर की होएगी, चीफ मैकेनिकल इंजीनियर की होएगी, चीफ सिक्योरिटी कमीशन की होएगी। इसका आंसर आ जाएगा अपना चीफ मैकेनिकल इंजीनियर की होएगी। ठीक है, 8 10 सी ऑप्शन आ जाएगा। अगला क्वेश्चन देखो, फैक्ट्री एक्ट ने इंपोज द फॉलोइंग ओब्लीगेशन अपॉन द एम्प्लॉय इन रिगार्ड टू हिज वर्कर्स। समझ गए? कहते फैक्ट्री एक्ट के मुताबिक कुछ ओब्लीगेशन यानी कि कुछ जड़ियाँ रिस्पोंसिबिलिटीज ला लो दैन इंप्लॉयर के उपर लगाई गई ने वर्कर के रिगार्डिंग केड़ी हो सकती हैं? हैल्थ नाल रिलेटिड, सेफ्टी नाल रिलेटिड, वैलफेयर नाल रिलेटिड, ऑल ऑफ द अबव। यानी कि केड़ी रिस्पोंसिबिलिटी इंप्लॉयर के हाथ है अपने वर्कर लिए। इसका आंसर आ जाएगा हैल्थ नाल रिलेटिड भी मालक को ध्यान रखना पेगा, सेफ्टी नाल रिलेटिड भी, वैलफेयर नाल रिलेटिड भी। दैन ओके, इसनों लागू करवाना, इसनों मतलब की नाम है एप्लीकेबल कराना भी मालक के हाथ में है। यानी कि फैक्ट्री रेट लगा दिता डन, बट उसनों सही तरीके इंप्लीमेंट करना मालक के हाथ में है कि वो करे, जो नहीं करेगा तो पेनल्टी पेगी उन्होंने। उस तो बाद अगला क्वेश्चन देखो, एन वर्कमैन इंप्लॉयड इन कैरेज वर्कस पेरंबर हैज डिमांडेड टू चेंज द working days from the 6 days to 5 days without reducing the total working hours of 471 per 2 per week. Can this regard agree to? Yes, not more than 9 hours in a day, can be negotiated, all of the above। दसो मैंने पूरे कंडीशन लगाती 10वें क्वेश्चन में कहता वर्कर है, ठीक है, वो कैरेज वर्क काम करता है। परंबर ने डिमांड किया कि असी तेरा वर्किंग डे चेंज कर रहे हैं फ्रॉम 6 days to 5 वर्क्स, बट तेरा टोटल वर्क आवर नहीं चेंज होएगा। क्या ये एग्री हो जाएगा? दसो मैनू। इसका आंसर तुहाडे लिए होमवर्क है। ठीक है, अगला क्वेश्चन, ओवर टाइम अंडर सैक्शन 59 सब सैक्शन 1 ऑफ द फैक्ट्री एक्ट 1948 टू द स्टाफ गवर्नड बाय सम शुड बी कैलकुलेटेड ऑन। जोड़ा ओवर टाइम है उसका वेज किस तरह कैलकुलेट होएगा फैक्ट्री एक्ट के मुताबिक? दसो मैनू। ਹੁਣ ਪਹਿਲਾਂ ਕਹਿੰਦੇ ਨੇ ਕਿ ਓਵਰ ਟਾਈਮ ਤੁਹਾਡਾ ਡੇਲੀ ਬੇਸਿਸ ਔਰ ਵੀਕਲੀ ਬੇਸਿਸ ਵਿਚ ਐਵਰ ਇਜ਼ ਦ ਪ੍ਰੀਵੈਲੈਂਟ ਪ੍ਰੈਕਟਿਸ। ਡੇਲੀ ਬੇਸਿਸ ਦੇ ਮੁਤਾबिक कैलकुलेट होएगा, वीकली के मुताबिक कैलकुलेट होएगा, डेली बेसिस और वीकली बेसिस विच एवर इज मोर फेवरेबल टू द एम्प्लॉय। दसो ओवर टाइम किस तरह कैलकुलेट करांगे आप, वो किस तरह गवर्न होएगा? यानी कि अपन ओवर टाइम के जोड़े पैसे देने ने वो वीकली बेसिस देवांगे, डेली बेसिस देवांगे डन, ਜਾਂ जिस तरह की प्रैक्टिस होंगी है उस इस्टैबलिशमेंट में डेली, जे वीकली दिते जाते तो वीकली देवांगे, जे डेली दिते जाते डेली देवांगे, ਜਾਂ इंप्लॉय में जिस तरह ठीक लगे। चारों ऑप्शनों किहड़ी ऑप्शन ठीक है? इसका आंसर आ जाएगा अपना, दसो मैनू,
डी ऑप्शन आ जाएगा। ठीक है, कितना आ जाएगा अपना, सॉरी माफ़ करना, डी नहीं आएगा, डेली बेसिस पे। ठीक है, ओवर टाइम ਜਿਹੜੀ ਸੈਕਸ਼ਨ 59 ਸਬ ਸੈਕਸ਼ਨ 1 ਦੇ ਅੰਡਰ ਹੈ, ਤਾਂ ਜਿਹੜਾ ਓਵਰ ਟਾਈਮ ਹੋਏਗਾ ਉਹ ਜਿਹੜਾ ਕੈਲਕੂਲੇਟ ਹੋਏਗਾ ਡੇਲੀ ਬੇਸਿਸ ਤੇ ਹੋਏਗਾ। ਉਸ ਤੋਂ ਬਾਅਦ ਅਗਲਾ ਕੁਐਸਚਨ ਦੇਖੋ, ਕਹਿੰਦੇ ਦ ਪ੍ਰੋਵੀਜ਼ਨਸ ਆਫ ਦੀ ਸੈਕਸ਼ਨ 46 ਆਫ ਦੀ ਫੈਕਟਰੀਜ਼ ਐਕਟ 1948 ਇੰਪੋਜ਼ ਦੀ, ਠੀਕ ਹੈ, ਇੰਪੋਜ਼ ਦੀ statutory obligation on the railway administration to provide and maintain the canteens in the railway establishment which are governed by the factory act employ more than। ਬਸ ਉਰੇ ਨੋਰਮਲ ਜੀ ਗੱਲ ਹੈ ਕਿ ਆਪਾਂ ਨੂੰ ਧਿਆਨ 'ਚ ਕੀ ਰੱਖਣਾ, ਉਰੇ ਪੁੱਛਿਆ ਕੀ ਗਿਆ, ਕੰਟੀਨ ਬਾਰੇ ਪੁੱਛਿਆ ਗਿਆ। ਰੇਲਵੇ ਐਡਮਿਨਿਸਟ੍ਰੇਸ਼ਨ ਵਿੱਚ ਕੰਟੀਨ ਦੀ ਗੱਲ ਕੀਤੀ ਹੈ ਕਿ ਤੁਹਾਨੂੰ ਕੰਟੀਨ ਅਵੇਲੇਬਲ ਕਰਾਉਣੀ ਹੈ, ਬਟ ਇੱਕ ਕੰਡੀਸ਼ਨ ਹੈ ਕਿ ਜੇ ਤੁਹਾਡੇ ਕੋਲ ਮੋਰ ਦੈਨ ਡੈਸ਼ ਪਰਸਨ ਕੰਮ ਕਰਦੇ ਹੋਣਗੇ ਤਾਂ ਹੀ ਤੁਸੀਂ ਉਸ ਕੰਟੀਨ ਨੂੰ ਤੁਹਾਨੂੰ ਅਵੇਲੇਬਲ ਕਰਾਉਣੀ ਹੈ। ਠੀਕ ਹੈ, ਪ੍ਰੋਵਾਈਡ ਕਰਾਉਣੀ ਹੈ ਮਤਲਬ ਇੰਪਲੋਇਜ਼ ਲਈ। ਤਾਂ ਉਹ ਕਿੰਨੇ ਪਰਸਨ ਕੰਮ ਹੋ ਜਾਣੇ ਚਾਹੀਦੇ, ਯਾਨੀ ਕਿ ਕਿੰਨੇ ਪਰਸਨ ਉੱਥੇ ਕੰਮ ਕਰਦੇ ਹੋ ਜਾਣੇ ਚਾਹੀਦੇ ਹੈ, ਮੋਰ ਦੈਨ ਕਿੰਨੇ ਪਰਸਨ ਉੱਥੇ ਕੰਮ ਕਰਦੇ ਹੁੰਦੇ ਹੋਣ, 100, 150, 250, 500। ਘੱਟੋ ਘੱਟ ਇੰਨੇ ਬੰਦੇ ਦਾ ਕੰਮ ਕਰਨ ਤਾਂ ਹੀ ਅਸੀਂ ਕੰਟੀਨ ਅਵੇਲੇਬਲ ਕਰਾਵਾਂਗੇ। ਫੈਕਟਰੀ ਐਕਟ ਮੁਤਾਬਿਕ ਕਿੰਨਾ ਕਿਹਾ ਹੋਇਆ, 100, 150, 250, 500। ਇਹਦਾ ਆਂਸਰ ਆ ਜਾਏਗਾ ਆਪਣਾ 250। ठीक है, कितना 250। ओके, अगला क्वेश्चन देखो, सैक्शन 2A ऑफ द एक्ट की डिफाइन करता है, किस बारे गल करता। सैक्शन 2A अडल्ट बारे गल करता है, अडोलसेंट बारे गल करता है, चाइल्ड बारे गल करता है, कैलेंडर ईयर बारे गल करता। सैक्शन के नाल उसका टर्म पूछ लिया कि ये सैक्शन किस दे बारे गल करता। सैक्शन 2A अडल्ट बारे गल करता है। डन, वीक किनू आखांगे, डन जी, आप जो वीक है वह किनू आखांगे, वो कहते ਵੀਕ ਆਪਾਂ ਉਹਨੂੰ ਆਖਾਂਗੇ ਇਜ਼ ਦਾ ਪੀਰੀਅਡ ਆਫ 7 ਡੇਜ਼ ਬਿਗਨਿੰਗ ਐਟ ਮਿਡਨਾਈਟ ਆਫ। ਕਹਿੰਦੇ 7 ਦਿਨ ਹੋਣਗੇ ਵੀਕ ਵਿੱਚ, ਮਗਰ ਉਹ ਸਟਾਰਟ ਹੋਣਗੇ ਅੱਧੀ ਰਾਤ ਕਿਹੜੇ ਦਿਨ ਤੋਂ, ਇਹ ਪੁੱਛ ਰਿਹਾ ਉਹ, ਸੰਡੇ ਦੇ ਦਿਨ ਤੋਂ, ਮੰਡੇ ਦੇ ਦਿਨ ਤੋਂ, ਸੈਚਰਡੇ ਤੋਂ, ਫਰਾਈਡੇ ਤੋਂ। ਫੈਕਟਰੀ ਐਕਟ ਦੇ ਅੰਡਰ ਵੀਕ ਦੀ ਡੈਫੀਨੇਸ਼ਨ ਦਿੱਤੀ ਹੈ, ਉਸ ਵਿੱਚ 7 ਦਿਨ ਆਖੇ, ਬਟ ਉਹ 7 ਦਿਨਾਂ ਦੀ ਸਟਾਰਟਿੰਗ ਯਾਨੀ ਕਿ ਪਹਿਲਾ ਦਿਨ ਵੀਕ ਦਾ ਕਦੋਂ ਮੰਨਿਆ ਜਾਏਗਾ, ਸੰਡੇ ਦਾ, ਮੰਡੇ ਦਾ, ਸੈਚਰਡੇ ਦਾ, ਫਰਾਈਡੇ ਦਾ। ਇਹਦਾ ਆਂਸਰ ਆ ਜਾਏਗਾ ਆਪਣਾ ਸੈਚਰਡੇ ਮੰਡੇ। ਠੀਕ ਹੈ, ਅਗਲਾ ਕੁਐਸਚਨ, ਹੁਣ ਅਡੋਲੈਂਸੈਂਟ ਜਿਹੜੀ ਏਜ ਹੈ, ਡਨ, ਉਹੀ ਤੁਹਾਨੂੰ ਪੁੱਛਿਆ ਸੀ ਕਿ ਜਿਹੜਾ 15 ਤੋਂ 18 ਸਾਲ ਦੇ ਵਿੱਚ ਆਉਂਦਾ ਉਹਨੂੰ ਆਪਾਂ ਅਡੋਲੈਂਸੈਂਟ ਕਹਿੰਦੇ ਹਾਂ, ਬਟ ਉਹਦਾ ਕੁਐਸਚਨ ਉਹਦੇ ਪੁੱਛ ਰਿਹਾ ਕਿ ਹੈਜ਼ ਪਰ ਦਾ ਐਕਟ ਹੂ ਹੈਜ਼ ਨੋਟ ਕੰਪਲੀਟਡ ਦੀ 15 ਈਅਰ, ਤਾਂ ਉਸ ਨੂੰ ਆਪਾਂ ਕੀ ਆਖਾਂਗੇ, ਜਿਹਨੇ ਹਾਲੇ ਤੱਕ ਆਪਣਾ 15 ਸਾਲ ਦਾ ਨਹੀਂ ਹੋਇਆ ਉਸ ਨੂੰ ਆਪਾਂ ਫੈਕਟਰੀ ਐਕਟ ਦੇ ਮੁਤਾਬਿਕ ਕੀ ਆਖਾਂਗੇ, ਉਸ ਨੂੰ ਆਪਾਂ ਚਾਈਲਡ ਆਖਾਂਗੇ। ਠੀਕ ਹੈ, ਉਹਨੂੰ ਆਪਾਂ ਚਾਈਲਡ ਆਖਾਂਗੇ। As per the act, the floor of our work room should be cleaned once every। ਡਨ, ਦੱਸੋ ਮੈਨੂੰ, ਜਿਹੜਾ ਵਰਕ ਰੂਮ ਹੈ ਉਹਦਾ ਜਿਹੜਾ ਫਲੋਰ ਹੈ ਨਾ, ਉਸ ਨੂੰ ਕਲੀਨ ਕਰਾਉਣਾ ਇਸ ਐਕਟ ਦੇ ਮੁਤਾਬਿਕ, ਤਾਂ ਉਹ ਕਲੀਨ ਹੋਣਾ ਚਾਹੀਦਾ ਹਰੇਕ ਦਿਨ, ਹਰੇਕ ਮਹੀਨੇ, ਹਰੇਕ ਹਫ਼ਤੇ, ਹਰੇਕ ਘੰਟੇ। ਇਸ ਵਿੱਚ ਤੁਹਾਨੂੰ ਕੁਝ ਐਸੇ ਕੁਐਸਚਨ ਦੇਖਣ ਨੂੰ ਮਿਲਣਗੇ ਜੋ ਮਤਲਬ ਆਪਾਂ ਨੇ ਸ਼ਾਇਦ ਉਸ ਐਕਟ ਵਿੱਚ ਨਾ ਪੜ੍ਹੇ, ਕਿਉਂਕਿ ਉੱਥੇ ਆਪਾਂ ਨੇ ਇੰਪੋਰਟੈਂਟ ਚੀਜ਼ਾਂ ਪੜ੍ਹੀਆਂ ਹਨ, ਬਟ ਇਸ ਵਿੱਚ ਰੈਂਡਮ ਕੁਐਸਚਨ ਵੀ ਆਪਾਂ ਪੜ੍ਹੇ ਨੇ। ਜੇ ਤੁਹਾਨੂੰ ਨਹੀਂ ਵੀ ਆਉਂਦਾ ਨਾ ਇਹ ਕੁਐਸਚਨ, ਤਾਂ ਤੁਸੀਂ ਸੋਚ ਸਕਦੇ ਹੋ ਕਿ ਕਿਸ ਤਰ੍ਹਾਂ ਹੋ ਸਕਦਾ ਵਰਕ ਰੂਮ ਆਪਾਂ ਕਿਸ ਤਰ੍ਹਾਂ ਆਪਾਂ ਦੇਖ ਸਕਦੇ ਹਾਂ, ਤਾਂ ਹਰ ਹਫਤੇ ਆਪਾਂ ਉਹਨੂੰ ਕਲੀਨ ਕਰਾਉਣਾ ਵਰਕ ਰੂਮ। ਡਨ, ਸੀ ਆਪਸ਼ਨ ਆ ਜਾਏਗਾ। ਜੇ ਬਾਈ ਚਾਂਸ ਤੁਹਾਨੂੰ ਇਸ ਤਰ੍ਹਾਂ ਦਾ ਕੁਐਸਚਨ ਆ ਵੀ ਜਾਵੇ ਤਾਂ ਇਸ ਵਿੱਚ ਤੁਹਾਨੂੰ ਘਬਰਾਉਣਾ ਨਹੀਂ ਹੈ, ਜੇ ਤੁਹਾਨੂੰ ਨਹੀਂ ਆਉਂਦਾ ਇਹਨਾਂ ਤੁਹਾਨੂੰ ਸਕਿਪ ਕਰਨਾ ਹੈ। ਡਨ, ਫੈਕਟਰੀ ਐਕਟ ਵਿੱਚ ਆਪਾਂ ਨੇ ਉਹ ਚੀਜ਼ਾਂ ਪੜ੍ਹਨੀਆਂ ਜੋ ਇੰਪੋਰਟੈਂਟ ਨੇ। ਡਨ, ਇਹਨਾਂ ਚੀਜ਼ਾਂ ਨੂੰ ਤੁਹਾਨੂੰ ਸਕਿਪ ਕਰਕੇ ਚੱਲਣਾ। ਓਕੇ, ਹਰੇਕ ਕੁਐਸਚਨ ਹਰੇਕ ਕਿਸੇ ਨੂੰ ਨਹੀਂ ਆਉਂਦਾ ਹੋਵੇਗਾ, ਸਮਝ ਗਏ ਨਾ। ਤਾਂ ਪਾਵਰ ਆਫ ਦ ਇੰਸਪੈਕਟਰ ਇਜ਼ ਡਿਸਕਸ ਅੰਡਰ ਆਫ ਦ ਫੈਕਟਰੀ ਐਕਟ 1948। ਹੁਣ ਜਿਹੜੇ ਇੰਸਪੈਕਟਰ ਦੀ ਪਾਵਰ ਆ ਇਸ ਐਕਟ ਦੇ ਮੁਤਾਬਿਕ ਕਿਹੜੇ ਸੈਕਸ਼ਨ ਵਿੱਚ ਡਿਸਕਸ ਕੀਤੀ ਹੋਈ ਹੈ, ਦੱਸੋ ਮੈਨੂੰ। ਸੈਕਸ਼ਨ 9, 10, 11, 12। ਇਹਦਾ ਆਂਸਰ ਆ ਜਾਏਗਾ ਆਪਣਾ ਸੈਕਸ਼ਨ 9 ਵਿੱਚ ਗੱਲ ਕੀਤੀ ਹੋਈ ਹੈ ਇੰਸਪੈਕਟਰ ਦੀ। ਠੀਕ ਹੈ, ਉਹਨਾਂ ਦੇ ਪਾਵਰ ਦੀ ਗੱਲ ਕੀਤੀ ਹੋਈ ਹੈ। ਅਗਲਾ ਕੁਐਸਚਨ, ਦ ਪ੍ਰਾਇਮਰੀ ਪਰਪਸ ਆਫ ਇੰਪਲੋਇਜ਼ ਸੇਫਟੀ ਪ੍ਰੋਗਰਾਮ ਇਜ਼ ਟੂ ਪ੍ਰੀਜ਼ਰਵ ਦ ਇੰਪਲੋਇਜ਼। ਜਿਹੜਾ ਇੰਪਲੋਇਜ਼ ਸੇਫਟੀ ਪ੍ਰੋਗਰਾਮ ਹੈ ਉਸ ਵਿੱਚ ਪ੍ਰਾਇਮਰੀ ਪਰਪਸ ਕਿਆ ਹੈ, ਕੀ ਕਰਨਾ ਹੈ, ਕਿਵੇਂ ਇੰਪਲੋਇਜ਼ ਦੀ ਮੈਂਟਲ ਹੈਲਥ ਵੱਲ ਧਿਆਨ ਦੇਣਾ, ਫਿਜ਼ੀਕਲ ਹੈਲਥ, ਇਮੋਸ਼ਨਲ ਹੈਲਥ, ਆਲ ਆਫ ਦੀ ਅਬਵ। ਇਹਦਾ ਆਂਸਰ ਆ ਜਾਏਗਾ ਆਲ ਆਫ ਦੀ ਅਬਵ। ਠੀਕ ਹੈ, ਤਾਂ ਕਾਮਨ ਕੁਐਸਚਨ ਹੈ, ਕਾਮਨ ਸੈਂਸ ਵਾਲਾ ਕੁਐਸਚਨ ਹੈ ਨਾ। ਕਹਿੰਦੇ ਵਿਜ਼ੂਅਲ ਪ੍ਰੈਜੈਂਟੇਸ਼ਨ ਆਫ ਦੀ ਰੈਂਕਿੰਗ ਆਫ ਦੀ ਵਰਕ ਸਾਈਟਸ ਇਨ ਅ ਫੈਕਟਰੀ ਬੇਸਡ ਔਨ ਦਾ ਨੰਬਰ ਆਫ ਦੀ ਐਕਸੀਡੈਂਟਸ ਰਿਪੋਰਟਡ ਫਰੋਮ ਈਚ ਸਾਈਡ ਇਜ਼ ਕੋਲਡ। ਜਿਹੜੀ ਆਪਾਂ ਵਿਜ਼ੂਅਲ ਪ੍ਰੈਜੈਂਟੇਸ਼ਨ ਦਿਖਾਉਂਦੇ ਹਾਂ ਅਤੇ ਰੈਂਕ ਕਰਦੇ ਹਾਂ ਵਰਕ ਸਾਈਟ ਦਾ ਔਨ ਦੀ ਬੇਸਿਸ ਆਫ ਦੀ ਐਕਸੀਡੈਂਟਸ ਜਿਹੜੇ ਰਿਪੋਰਟ ਹੋਏ ਨੇ, ਉਸ ਨੂੰ ਆਪਾਂ ਕਿਸ ਨਾਮ ਨਾਲ ਜਾਣਦੇ ਹਾਂ।
इसनों आपां जाणदे हां स्पोर्ट मैप दे मैथड दे नाल। डन। ओके। अगला क्वेश्चन, विच ऑफ द फॉलोइंग इनवॉल्व द रीडिजाइनिंग ऑफ इक्विपमेंट मशीनरी एंड मटीरियल फॉर द सेफ परफॉर्मेंस ऑफ द जॉब्स। तो की होएगा? सेफ्टी इंजीनियरिंग, सेफ्टी कैंपेन्स, सेफ्टी कमेटी, सेफ्टी ट्रेनिंग। मतलब ਆਪਾਂ ਇਕਵਿਪਮੈਂਟ, ਮਸ਼ੀਨਰੀ ਤੇ ਮਟੀਰੀਅਲ ਇਸ ਤਰ੍ਹਾਂ ਰੀਡਿਜ਼ਾਈਨ ਕਰਦੇ ਹਾਂ ਤਾਂ ਕਿ ਆਪਾਂ ਜਿਹੜੀ ਜੋਬ ਦੀ ਪਰਫਾਰਮੈਂਸ ਉਹ ਸੇਫ ਰਹੇ। ਤਾਂ ਉਸ ਨੂੰ ਆਪਾਂ ਕਿਸ ਨਾਮ ਨਾਲ ਜਾਣਦੇ ਹਾਂ? ਕਿਸ ਇੰਜੀਨੀਅਰਿੰਗ ਵਿੱਚ ਇਸ ਤਰ੍ਹਾਂ ਦੀ ਚੀਜ਼ਾਂ ਦੇਖਣ ਨੂੰ ਮਿਲਦੀਆਂ ਆਪਾਂ ਨੂੰ? ਇਹਦਾ ਆਨਸਰ ਆ ਜਾਏਗਾ ਆਪਣਾ ਸੇਫਟੀ ਇੰਜੀਨੀਅਰਿੰਗ ਦੇ ਅੰਡਰ ਇਸ ਤਰ੍ਹਾਂ ਦੀ ਚੀਜ਼ਾਂ ਸਾਨੂੰ ਦੇਖਣ ਨੂੰ ਮਿਲਦੀਆਂ। ਕਹਿੰਦੇ ਜਿਹੜੀ ਰਿਸਪੌਂਸਿਬਿਲਿਟੀ ਹੈ ਫॉर ਮੇਨਟੇਨੈਂਸ ਆਫ EMPLOYee ਐਂਡ ਹੈਲਥ ਕਿਹਦੇ ਨਾਲ ਰਿਲੇਟਡ ਹੈ ਉਹਦੀ? ਇਹ ਜਿਹੜੀ ਰਿਸਪੌਂਸਿਬਿਲਿਟੀ ਹੈ ਕਿ ਆਪਾਂ ਨੇ ਇੰਪਲੋਏ ਦੀ ਹੈਲਥ ਤੇ ਸੇਫਟੀ ਵੱਲ ਧਿਆਨ ਦੇਣਾ, ਇਹ ਰਿਸਪੌਂਸਿਬਿਲਿਟੀ ਕਿਸ ਕੋਲ ਹੈ? ਇੰਪਲੋਇਰਸ ਕੋਲ ਹੈ, ਇੰਪਲੋਇਰਸ ਕੋਲ ਹੈ, ਗਵਰਨਮੈਂਟ ਕੋਲ ਹੈ, ਔਰ ਉਹਦੀ ਵ ਇਹਦਾ ਆਨਸਰ ਆ ਜਾਏਗਾ ਡੀ ਆਪਸ਼ਨ। ਠੀਕ ਹੈ। ਅਗਲਾ ਕੁਐਸਚਨ, ਇੰਸ਼ੋਰ ਦੀ ਸੇਫਟੀ ਹੈਲਥ ਐਂਡ ਵੈਲਫੇਅਰ ਆਫ ਦ ਇੰਪਲੋਇਜ਼ ਦਾ ਪ੍ਰਾਇਮਰੀ ਪਰਪਸ ਆਫ। ਦੱਸੋ ਕਿਹਦਾ ਪ੍ਰਾਇਮਰੀ ਪਰਪਸ ਹੈ? ਕਿਸ ਸੈਕਟਰ ਵਿੱਚ ਇਸ ਬਾਰੇ ਗੱਲ ਕੀਤੀ ਹੈ ਕਿ ਆਪਾਂ ਨੇ ਇੰਪਲੋਇਜ਼ ਦੀ ਸੇਫਟੀ ਵੱਲ ਵੀ ਧਿਆਨ ਦੇਣਾ, ਸਭ ਤੋਂ ਪਹਿਲਾਂ ਹੈਲਥ ਵੱਲ ਵੀ ਅਤੇ ਵੈਲਫੇਅਰ ਵੱਲ ਵੀ। ਕਿਸ ਸੈਕਟਰ ਵਿੱਚ ਲਿਖਿਆ ਹੋਇਆ? ਇਹ ਲਿਖਿਆ ਹੋਇਆ ਫੈਕਟਰੀ ਐਕਟ 1948 'ਚ ਲਿਖਿਆ ਹੋਇਆ। ਅਗਲਾ ਕੁਐਸਚਨ, ਵੈਨ ਦਾ ਪੀਪਲ ਇਨਵੋਲਵਡ ਇਨ ਦਾ ਪ੍ਰੋਸੈਸ ਕੰਪ੍ਰੀਹੈਂਡ ਅਨਲਾਈਕੇਬਲ ਰਿਜ਼ਲਟਸ ਫਰੋਮ ਦੇਅਰ ਇੰਟਰੈਕਸ਼ਨ ਵਿਦ ਦ ਇਨਵਾਇਰਮੈਂਟ ਇਟ ਇਜ਼ ਸਪੈਸੀਫਿਕਲੀ ਕਾਲਡ। ਦੱਸੋ ਮੈਨੂੰ, ਸਮਝੋ ਇਹ ਕੁਐਸਚਨ ਕਹਿਣਾ ਕੀ ਚਾਹ ਰਿਹਾ ਹੈ। ਕਹਿੰਦੇ ਜਦੋਂ ਲੋਕੀ ਉਸ ਪ੍ਰੋਸੈਸ ਵਿੱਚ ਇਨਵੋਲਵ ਹੁੰਦੇ ਆ ਜਿੱਥੇ ਸਾਨੂੰ ਨਾ ਚਾਹੁੰਦੇ ਹੋਵੇ ਕੁਝ ਐਸੇ ਰਿਜ਼ਲਟ ਦੇਖਣ ਨੂੰ ਮਿਲਦੇ ਆ ਇਨਵਾਇਰਮੈਂਟ ਦੇ ਨਾਲ, ਹੈ ਨਾ, ਰਿਜ਼ਲਟ ਦੇਖਣ ਨੂੰ ਮਿਲਦੇ ਜਦੋਂ ਇੰਟਰੈਕਟ ਕਰਦੇ ਨੇ ਜਦੋਂ ਇਨਵਾਇਰਮੈਂਟ ਨਾਲ, ਤਾਂ ਕੁਝ ਐਸੇ ਅਨਲਾਈਕੇਬਲ ਰਿਜ਼ਲਟਸ ਦੇਖਣ ਨੂੰ ਮਿਲਦੇ ਨੇ। ਤਾਂ ਉਸ ਚੀਜ਼ ਨੂੰ ਆਪਾਂ ਇੱਕ ਡੈਫੀਨੇਸ਼ਨ ਦੇ ਨਾਮ ਨਾਲ ਜਾਣਦੇ ਹਾਂ, ਉਹਨੂੰ ਆਪਾਂ ਕੀ ਕਹਿੰਦੇ ਹਾਂ? ਕਹਿਣ ਦਾ ਭਾਵ ਇਹ ਹੋ ਗਿਆ ਕਿ ਐਸੀ ਲੋਕ ਜੋ ਐਸੇ ਪ੍ਰੋਸੈਸ ਵਿੱਚ ਨੇ ਜਿਸ 'ਚੋਂ ਸਾਨੂੰ ਮਤਲਬ ਜੇ ਆਪਾਂ ਗੱਲ ਕਰੀਏ ਅਨਲਾਈਕੇਬਲ ਰਿਜ਼ਲਟਸ ਦੇਖਣ ਨੂੰ ਮਿਲਣਗੇ ਜੋ ਸਹੀ ਨਹੀਂ ਹੋਣਗੇ ਹੈਜ਼ ਪਰ ਦਾ ਵਿਊ ਇਨਵਾਇਰਮੈਂਟ ਦੇ ਨਾਲ। ਜਿਵੇਂ ਫੈਕਟਰੀ ਹੋ ਗਈ, ਫੈਕਟਰੀ ਵਿੱਚ ਤੁਹਾਨੂੰ ਪਤਾ ਹੈ ਕਾਫੀ ਇਨਵਾਇਰਮੈਂਟ ਦਾ ਵੀ ਮਤਲਬ ਪੋਲੂਟ ਕੀਤਾ ਜਾਂਦਾ ਹੈ ਨਾ, ਕਾਫੀ ਪੋਲੂਸ਼ਨ ਕੀਤਾ ਜਾਂਦਾ, ਤਾਂ ਬਹੁਤ ਖਰਾਬ ਕੀਤਾ ਜਾਂਦਾ ਹੈ। ਇਸ ਤਰ੍ਹਾਂ ਦੇ ਚੀਜ਼ਾਂ ਨੂੰ ਆਪਾਂ ਇੱਕ ਨਾਮ ਨਾਲ ਜਾਣਦੇ, ਉਹ ਆਪਾਂ ਕੀ ਕਹਿੰਦੇ ਹਾਂ? ਉਸ ਨੂੰ ਇਹਨੂੰ ਕਹਿੰਦੇ ਆਪਾਂ ਐਂਟੀਸੈਪਟਿਕ ਸਟ੍ਰੈਸ। ਠੀਕ ਹੈ। ਇਸ ਤਰ੍ਹਾਂ ਦਾ ਸਟ੍ਰੈਸ ਜੋ ਅਨਲਾਈਕ ਰਿਜ਼ਲਟਸ ਨਿਕਲੇ ਜਦੋਂ ਆਪਾਂ ਇੰਟਰੈਕਸ਼ਨ ਹੁੰਦਾ ਇਨਵਾਇਰਮੈਂਟ ਦੇ ਨਾਲ। ਠੀਕ ਹੈ। ਉਸ ਦੇ ਨਾਲ ਜਿਹੜੇ ਉਹ ਲੋਕ ਇਨਵੋਲਵ ਹੁੰਦੇ ਆ ਤਾਂ ਉਹਨਾਂ ਦੇ ਉੱਪਰ ਇਸ ਤਰ੍ਹਾਂ ਦਾ ਸਟ੍ਰੈਸ ਦੇਖਣ ਨੂੰ ਮਿਲ ਜਾਂਦਾ। ਇੰਸਪੈਕਸ਼ਨ ਬਾਏ ਦਾ ਸੁਪੀਰੀਅਰਸ ਐਂਡ ਇੰਟਰਵਿਊਜ਼ ਫੋਰ ਪ੍ਰਮੋਸ਼ਨ ਯੂਜ਼ਲੀ ਕਮ ਅੰਡਰ। ਦੱਸੋ ਮੈਨੂੰ, ਜਿਹੜੀ ਸੁਪੀਰੀਅਰ ਦੁਆਰਾ ਇੰਸਪੈਕਸ਼ਨ ਹੋਵੇ ਅਤੇ ਇੰਟਰਵਿਊ ਹੋਵੇ ਪ੍ਰਮੋਸ਼ਨ, ਠੀਕ ਹੈ, ਯੂਜ਼ਲੀ ਕਿਸ ਦੇ ਅੰਡਰ ਆਉਂਦੇ ਨੇ? ਇਹ ਅੰਦਰ ਆਉਂਦੇ ਨੇ ਸ਼ੋਰਟ ਟਰਮ ਰਿਸਪੌਂਸ ਸਟ੍ਰੈਸ। ਠੀਕ ਹੈ। ਉਸ ਤੋਂ ਬਾਅਦ ਅਗਲਾ ਕੁਐਸਚਨ ਦੇਖੋ, ਵਿਚ ਆਫ ਦਾ ਫੋਲੋਇੰਗ ਟਾਈਪਸ ਆਫ ਪਰਸਨੈਲਿਟੀ ਇਜ਼ ਕੰਪੈਰੇਟਿਵਲੀ ਲੈਸ ਐਕਸਪੋਜ਼ ਟੂ ਦ ਇੰਟਰਨਲ ਸਟ੍ਰੈਸ। ਇਹਨਾਂ ਸਟ੍ਰੈਸ ਬਾਰੇ ਗੱਲ ਕੀਤੀ ਹੈ। ਫੈਕਟਰੀ 'ਚ ਵੀ ਤੁਹਾਨੂੰ ਦੇਖਣ ਨੂੰ ਮਿਲੇਗਾ ਕਿ ਅਲੱਗ-ਅਲੱਗ ਤਰੀਕੇ ਨਾਲ ਸਟ੍ਰੈਸਿਸ ਹੁੰਦੇ ਨੇ। ਦੈਨ ਜਿਵੇਂ ਉਹਦਾ ਸ਼ੋਰਟ ਟਰਮ ਰਿਸਪੌਂਸ ਸਟ੍ਰੈਸ ਹੋ ਗਿਆ, ਦੈਨ ਜਿਸ ਵਿੱਚ ਫਿਰ ਇੰਸਪੈਕਸ਼ਨ ਕਰਦਾ ਸੁਪੀਰੀਅਰ, ਫਿਰ ਇਸ ਸਟ੍ਰੈਸ ਦੇ ਨਾਲ ਰਿਲੇਟਿਡ ਜੋ ਵੀ ਆਊਟਕਮਸ ਨਿਕਲਦੇ ਆ ਫਿਰ ਉਸ ਹਿਸਾਬ 'ਤੇ ਜੋ ਪ੍ਰਮੋਸ਼ਨ ਕਰਦੇ ਉਹਦੇ ਇੰਟਰਵਿਊ ਵੀ ਹੁੰਦੇ ਆ, ਤਾਂ ਉਹ ਸ਼ੋਰਟ ਟਰਮ ਰਿਸਪੌਂਸ ਸਟ੍ਰੈਸ ਵਿੱਚ ਆ ਜਾਂਦਾ। ਇਸੇ ਤਰੀਕੇ ਦੀ ਕਹਿੰਦੇ ਇਹਨਾਂ 'ਚੋਂ ਐਸੀ ਕਿਹੜੀ ਪਰਸਨੈਲਿਟੀ ਹੈ ਜੋ ਕੰਪੈਰੇਟਿਵਲੀ ਲੈਸ ਐਕਸਪੋਜ਼ ਹੁੰਦੀ ਹੈ? ਜਿਹੜਾ ਇੰਟਰਨਲ ਸਟ੍ਰੈਸ ਹੁੰਦਾ ਉਸ ਵਿੱਚ ਐਸੀ ਕਿਹੜੀ ਪਰਸਨੈਲਿਟੀ ਹੈ ਜੋ ਲੈਸ ਐਕਸਪੋਜ਼ਡ ਹੁੰਦੀ ਹੈ? ਠੀਕ ਹੈ। ਉਸੇ ਤਰੀਕੇ ਨਾਲ ਟਾਈਪ ਏ ਪਰਸਨੈਲਿਟੀ ਹੋ ਸਕਦੀ ਹੈ, ਟਾਈਪ ਬੀ ਹੋ ਸਕਦੀ ਹੈ, ਟਾਈਪ ਸੀ, ਨਨ ਆਫ ਦੀ ਅਬਵ। ਇਹਦਾ ਆਨਸਰ ਆ ਜਾਏਗਾ ਟਾਈਪ ਬੀ ਪਰਸਨੈਲਿਟੀ। ਠੀਕ ਹੈ। ਓਕੇ। ਅਗਲਾ ਕੁਐਸਚਨ, when the employee perceive the threat in the environment if there is no such threat existing in the environment this is normally described as। ਕਹਿੰਦੇ ਜਦੋਂ ਇੰਪਲੋਈ ਨੂੰ ਐਂ ਲੱਗੇ ਕਿ ਮੈਨੂੰ ਥ੍ਰੈਟ ਦਿੱਤਾ ਜਾ ਰਿਹਾ ਇਨ ਦਾ ਇਨਵਾਇਰਮੈਂਟ ਮਗਰ ਰਿਐਲਿਟੀ ਵਿੱਚ ਕੋਈ ਐਸਾ ਥ੍ਰੈਟ ਨਾ ਦਿਖੇ ਇਨਵਾਇਰਮੈਂਟ ਵਿੱਚ, ਤਾਂ ਉਸ ਨੂੰ ਆਪਾਂ ਨੋਰਮਲੀ ਕਿਆ ਡਿਸਕ੍ਰਾਈਬ ਕਰਦੇ ਹਾਂ? ਉਹਨੂੰ ਆਪਾਂ ਇੰਡੀਵਿਜੂਅਲ ਸਟ੍ਰੈਸਰ ਕਰਨੇ ਹਾਂ। ਹਰੇਕ ਦੇ ਮੁਤਾਬਿਕ ਜਿਵੇਂ ਕੋਈ ਫੈਕਟਰੀ ਐਕਟ 'ਚ ਕੰਮ ਕਰਦਾ ਨਾ, ਉਹ ਮੈਂਟਲੀ ਵੀ ਥੋੜ੍ਹਾ ਜਿਹਾ ਟਾਇਰਡ ਹੋ ਜਾਂਦਾ, ਫਟੀਗ ਹੋ ਜਾਂਦਾ ਹੈ, ਤਾਂ ਇਸ ਤਰ੍ਹਾਂ ਦੀ ਚੀਜ਼ਾਂ ਵੀ ਨਿਕਲ ਕੇ ਸਾਹਮਣੇ ਆਉਂਦੀਆਂ, ਹੈ ਨਾ। ਤਾਂ ਉਹ ਸਟ੍ਰੈਸ ਵੀ ਇੱਕ ਤਰੀਕੇ ਦਾ ਇੰਡੀਵਿਜੂਅਲ ਸਟ੍ਰੈਸ ਕਹਾਵਾਂਗੇ ਜੋ ਐਕਚੁਅਲ 'ਚ ਐਗਜ਼ਿਸਟ ਨਹੀਂ ਕਰਦਾ ਮਗਰ ਉਸ ਨੂੰ ਲੱਗ ਰਿਹਾ। ਡਨ। ਉਸ ਤੋਂ ਬਾਅਦ ਐਗਜ਼ੀਕਿਊਸ਼ਨ ਸਫਰਡ ਬਾਏ ਦ ਇੰਡੀਵਿਜੂਅਲ ਡਿਊ ਟੂ ਦ ਕੰਟੀਨਿਊਸ ਐਕਸਪੋਜ਼ਰ ਟੂ ਦ ਸਟ੍ਰੈਸ ਕੋਜ਼ਿੰਗ ਸਿਚੁਏਸ਼ਨ ਇਜ਼ ਨਾਰਮਲੀ ਨੋਨ ਐਜ਼। ਐਗਜ਼ੀਕਿਊਸ਼ਨ ਜਿਹੜੀ ਸਫਰ ਕਰਦਾ ਇੰਡੀਵਿਜੂਅਲ, ਦੈਨ
ਕਿਉਂਕਿ ਕੰਟੀਨਿਊਸ ਉਸਨੂੰ ਐਕਸਪੋਜ਼ਰ ਮਿਲ ਰਿਹਾ ਸਟ੍ਰੈਸ ਦਾ। ਇਸ ਤਰ੍ਹਾਂ ਦੀ ਸਿਚੁਏਸ਼ਨ 'ਚ ਬਾਰ-ਬਾਰ ਜਾਈ ਜਾ ਰਿਹਾ ਤੇ ਉਹਦਾ ਸਟ੍ਰੈਸ ਵੱਧਦਾ ਹੀ ਜਾ ਰਿਹਾ, ਉਸ ਨੂੰ ਆਪਾਂ ਕਿਸ ਨਾਮ ਨਾਲ ਜਾਣਦੇ ਹਾਂ? ਉਹ ਇੱਕ ਐਸੀ ਸਿਚੁਏਸ਼ਨ 'ਚ ਪਹੁੰਚ ਜਾਂਦਾ ਜਿਸ ਨੂੰ ਆਪਾਂ ਕਹਿੰਦੇ ਹਾਂ ਕਿ ਬਸ ਇਹ ਫੱਟਣ ਵਾਲਾ, ਬਰਨ ਆਊਟ। ਦੈਨ ਉਸ ਤੋਂ ਬਾਅਦ ਡੈਸ਼ ਇਜ਼ ਅ ਸੈਂਸਿਟਿਫਿਕ ਐਂਡ ਸਿਸਟਮੈਟਿਕ ਐਫਰਟ ਟੂ ਮੋਡੀਫਾਈ ਦੀ ਕਰੈਕਟਰਿਸਟਿਕਸ ਆਫ ਦੀ ਇੰਪਲੋਈ ਜੋਬ। ਕਹਿੰਦੇ ਐਸਾ ਕਿਹੜਾ ਐਫਰਟ ਹੈ, ਐਸਾ ਕਿਹੜਾ ਮਤਲਬ ਮੈਥਡ ਹੈ ਜਾਂ ਐਫਰਟ ਹੈ ਜਿਹਦੇ ਨਾਲ ਆਪਾਂ ਇੰਪਲੋਈਜ਼ ਦੀ ਜੋਬ ਨੂੰ ਥੋੜ੍ਹਾ ਮੋਡੀਫਾਈ ਕਰ ਸਕਦੇ ਹਾਂ, ਉਹਦੇ ਫੀਚਰਸ ਜਿਹੜੇ ਫੀਚਰਸ ਹੈਗੇ ਉਹਦੇ ਕਰੈਕਟਰਿਸਟਿਕਸ ਨੂੰ ਆਪਾਂ ਥੋੜ੍ਹਾ ਮੋਡੀਫਾਈ ਕਰ ਸਕਦੇ ਹਾਂ। ਐਸਾ ਕਿਹੜਾ ਹੋ ਸਕਦਾ ਸੈਂਸਿਟਿਵ ਮੈਥਡ ਜਾਂ ਸੈਂਸਿਟਿਵ ਐਫਰਟ? ਜੋਬ ਰੀਡਿਜ਼ਾਈਨ ਕਰਨਾ, ਟਾਈਮ ਆਊਟ ਕਰਨਾ, ਮੇਨਟੇਨਿੰਗ ਕਰਨੀ, ਜਾਂ ਇੰਪਲੋਏ ਨੂੰ ਇੰਪਾਵਰ ਕਰਨਾ। ਇਹਦਾ ਆਨਸਰ ਹੋ ਜਾਏਗਾ ਆਪਣਾ ਜੋਬ ਨੂੰ ਰੀਡਿਜ਼ਾਈਨ ਕਰਨਾ। ਸਮਝ ਗਏ? ਪਹਿਲਾ ਐਕਟ, ਫਸਟ ਐਕਟ ਕਦੋਂ ਇਨਵੋਲਵ ਹੋਇਆ, ਯਾਨੀ ਕਦੋਂ ਆਇਆ? ਇਹਦਾ ਆਨਸਰ ਆ ਜਾਏਗਾ 1881 ਵਿੱਚ ਆਇਆ। ਤੈਨੂੰ ਕੌਣ ਲੈ ਕੇ ਆਏ ਸੀ? ਮੈਨੂੰ ਦੱਸੋ, ਕਿਹੜੇ ਗਵਰਨਰ ਜਨਰਲ ਲੈ ਕੇ ਆਏ ਸੀ? ਇਹ ਤੁਹਾਡੇ ਲਈ ਕੁਐਸਚਨ ਹੈ। ਓਕੇ, ਹੂ ਇਜ਼ ਐਨ ਅਡਲਟ ਹੈਜ਼ ਪਰ ਫੈਕਟਰੀ ਐਕਟ? ਫੈਕਟਰੀ ਐਕਟ ਦੇ ਮੁਤਾਬਿਕ ਕੌਣ ਅਡਲਟ ਹੈ? ਇਹ ਮੈਂ ਬਾਰ-ਬਾਰ ਕੁਐਸਚਨ ਤਾਂ ਪਾਇਆ ਤਾਂ ਕਿ ਤੁਹਾਨੂੰ ਯਾਦ ਹੋ ਜਾਵੇ, ਉੱਥੇ ਕਨਫਿਊਜ਼ ਹੋ ਜਾਓਗੇ। 18, 14, 15, 16, 13, 12 ਇਵੇਂ ਕਨਫਿਊਜ਼ ਕਰੇਗਾ ਐਗਜ਼ਾਮੀਨਰ। ਇਹਦਾ ਆਨਸਰ ਆ ਜਾਏਗਾ ਆਪਣਾ ਹੂ ਹੈਜ਼ ਕੰਪਲੀਟਿਡ ਦੀ 18 ਈਅਰਸ ਆਫ ਏਜ। ਠੀਕ ਹੈ, ਉਸ ਨੂੰ ਆਪਾਂ ਅਡਲਟ ਕਹਾਵਾਂਗੇ। ਅ ਪਰਸਨ ਹੂ ਹੈਜ਼ ਅਲਟੀਮੇਟ ਕੰਟਰੋਲ ਓਵਰ ਦਾ ਅਫੇਅਰਸ ਆਫ ਦਾ ਫੈਕਟਰੀ। ਇਹ ਤੁਹਾਨੂੰ ਮੈਂ ਕਰਵਾਇਆ ਹੁਣੀ ਕਰਵਾਇਆ, ਦੱਸੋ ਉਹਨੂੰ ਆਪਾਂ ਕੀ ਆਖਾਂਗੇ? ਉਹਨੂੰ ਆਪਾਂ ਓਕਿਊਪਾਇਰ ਆਖਾਂਗੇ। ਠੀਕ ਹੈ, ਕਹਿੰਦੇ ਦ ਸਪੇਸ ਫॉर ਐਵਰੀ ਵਰਕਰ ਇੰਪਲੋਇਡ ਇਨ ਦ ਫੈਕਟਰੀ ਆਫਟਰ ਦੀ ਕਮੈਂਸਮੈਂਟ ਆਫ ਫੈਕਟਰੀ ਐਕਟ। ਤਾਂ ਕਿੰਨੇ ਕਿਊਬਿਕ ਮੀਟਰ ਹੋਣੀ ਚਾਹੀਦੀ ਹੈ? ਵਰਕਰ ਦੀ ਸਪੇਸ ਜਿੱਥੇ ਉਹ ਕੰਮ ਕਰ ਰਿਹਾ ਕਿਊਬਿਕ ਮੀਟਰ ਵਿੱਚ ਕਿੰਨੀ ਹੋਣੀ ਚਾਹੀਦੀ ਹੈ ਫੈਕਟਰੀ ਐਕਟ ਦੇ ਮੁਤਾਬਿਕ? ਇਹਦਾ ਆਨਸਰ ਆ ਜਾਏਗਾ 14.2। ਡਨ। ਦ ਪ੍ਰੋਵੀਜ਼ਨ ਫॉर ਦੀ ਕੂਲਿੰਗ ਵਾਟਰ ਡਿਊਰਿੰਗ ਹੌਟ ਵੈਦਰ ਸ਼ੁੱਡ ਬੀ ਮੇਡ ਬਾय द ਆਰਗੇਨਾਈਜੇਸ਼ਨ ਇਫ ਦ ਇੰਪਲੋਇਜ਼ ਔਰ ਮੋਰ ਇੰਪਲੋਇਜ਼। ਯਾਨੀ ਕਿ ਮਾਫ ਕਰਨਾ ਕਿ ਕਹਿਣ ਭਾਵ ਕਿ ਤੁਹਾਨੂੰ ਕੂਲਿੰਗ ਵਾਟਰ ਦੇਣਾ ਹੈ ਡਿਊਰਿੰਗ ਦਾ ਹੌਟ ਵੈਦਰ। ਜੇ ਗਰਮੀ ਜ਼ਿਆਦਾ ਹੈ ਤਾਂ ਤੁਹਾਨੂੰ ਇੱਕ ਕੂਲਰ ਦਾ ਵੀ ਇੰਤਜ਼ਾਮ ਕਰਨਾ ਹੈ। ਠੀਕ ਹੈ, ਠੰਡੇ ਪਾਣੀ ਦਾ ਕੂਲਰ ਜਿਵੇਂ ਲੱਗਿਆ ਹੁੰਦਾ ਉਹ ਵੀ ਇੰਤਜ਼ਾਮ ਕਰਨਾ ਹੈ। ਤਾਂ ਉਹ ਕਿਹੜੀ ਕੰਡੀਸ਼ਨ 'ਚ ਕਰਨਾ ਹੈ? ਜੇ ਤੁਹਾਡੇ ਕੋਲ ਇੰਪਲੋਇਜ਼ ਕਿੰਨੇ ਕੰਮ ਕਰਦੇ ਹੋਏ ਜਾਣੇ ਚਾਹੀਦੇ ਨੇ? ਜੇ ਤੁਹਾਡੇ ਕੋਲ 250 ਕੰਮ ਕਰਦੇ ਆ ਤਾਂ ਤੁਹਾਨੂੰ ਦੇਣਾ ਚਾਹੀਦਾ, 200 ਕਰਦੇ ਆ ਤਾਂ ਤੁਹਾਨੂੰ ਦੇਣਾ ਚਾਹੀਦਾ, 300 ਕਰਦੇ ਆ ਤਾਂ ਤੁਹਾਨੂੰ ਦੇਣਾ ਚਾਹੀਦਾ, ਜਾਂ 150 ਫੈਕਟਰੀ ਐਕਟ ਦੇ ਮੁਤਾਬਿਕ। ਕੰਟੀਨ ਤੇ ਇਹਦੀ ਪਰਿਭਾਸ਼ਾ ਸੇਮ ਹੈ 250। ਜੇ ਇੰਪਲੋਇਜ਼ ਕੰਮ ਕਰਦੇ ਨੇ ਤੁਹਾਨੂੰ ਇੱਕ ਕੂਲਰ ਦੀ ਵੀ ਫੈਸਿਲਿਟੀ ਪ੍ਰੋਵਾਈਡ ਕਰਵਾਉਣੀ ਹੈ। ਉਸ ਤੋਂ ਬਾਅਦ ਐਂਡੋਲੈਂਸੈਂਟ ਕਿਹਨੂੰ ਕਵਾਂਗੇ? ਜਿਹਨੇ 17 ਸਾਲ ਦੀ ਏਜ ਕੰਪਲੀਟ ਕਰ ਲਈ ਹੈ। ਠੀਕ ਹੈ, ਕੰਪਲੀਟ ਕਰ ਲਈ ਹੈ। ਜਿਨ੍ਹਾਂ ਨੇ 18 ਸਾਲ ਦੀ ਏਜ ਕੰਪਲੀਟ ਕਰ ਲਈ ਹੈ, ਮਾਫ ਕਰਨਾ ਜਿਨ੍ਹਾਂ ਦੀ ਹਲੇ 18 ਸਾਲ ਦੀ ਏਜ ਕੰਪਲੀਟ ਨਹੀਂ ਹੋਈ, ਜਿਨ੍ਹਾਂ ਨੇ 15 ਸਾਲ ਦੀ ਕਰ ਲਈ ਮਗਰ 18 ਸਾਲ ਦਾ ਪੂਰਾ ਨਹੀਂ ਹੋਇਆ। ਦੱਸੋ ਮੈਨੂੰ। ਪਹਿਲਾ ਆਪਸ਼ਨ ਸੀ ਜਿਨ੍ਹਾਂ ਨੇ ਆਪਣੀ 17 ਸਾਲ ਦੀ ਏਜ ਕੰਪਲੀਟ ਕਰ ਲਈ, ਦੂਜਾ ਜੋ 18 ਸਾਲ ਤੋਂ ਘੱਟ ਹੈ, ਤੀਜਾ ਜਿਹਨੇ 15 ਸਾਲ ਦੀ ਏਜ ਕੰਪਲੀਟ ਜ਼ਰੂਰ ਕਰ ਲਈ ਮਗਰ ਉਹ 18 ਸਾਲਾਂ ਦਾ ਪੂਰਾ ਨਹੀਂ ਹੋਇਆ। ਤਾਂ ਅਡੋਲੈਸੈਂਟ ਕਿਹਨੂੰ ਕਵਾਂਗੇ ਆਪਾਂ? ਅਡੋਲੈਸੈਂਟ ਕਵਾਂਗੇ ਜਿਨ੍ਹਾਂ ਨੇ 15 ਸਾਲ ਦੀ ਏਜ ਕੰਪਲੀਟ ਕਰ ਲਈ ਮਗਰ ਉਹ 18 ਸਾਲ ਦਾ ਹਲੇ ਪੂਰਾ ਨਹੀਂ ਹੋਇਆ। ਅਗਲਾ ਕੁਐਸਚਨ, ਵਿਚ ਵਨ ਆਫ ਦਾ ਫੋਲੋਇੰਗ ਇਜ਼ ਨੋਟ ਅ ਵੈਲਫੇਅਰ ਪ੍ਰੋਵੀਜ਼ਨ ਅੰਡਰ ਫੈਕਟਰੀ ਐਕਟ? ਜਿਹੜੇ ਵੀ ਆਪਾਂ ਨੇ ਵੈਲਫੇਅਰ ਪੜ੍ਹੇ ਨੇ ਫੈਕਟਰੀ ਐਕਟ ਦੇ ਮੁਤਾਬਿਕ, ਇਹ 'ਚੋਂ ਐਸਾ ਕਿਹੜਾ ਪ੍ਰੋਵੀਜ਼ਨ ਹੈ ਜੋ ਉਸਦਾ ਪਾਰਟ ਨਹੀਂ ਹੈ? ਵੈਲਫੇਅਰ ਮਤਲਬ ਲੋਕਾਂ ਦੇ ਮਤਲਬ ਜਿਹੜੇ ਆਪਣੇ ਇੰਪਲੋਇਜ਼ ਆ ਉਹਨਾਂ ਦੀ ਹੈਲਥ, ਸੇਫਟੀ, ਉਹਨਾਂ ਦੀ ਮੈਂਟਲ ਬਾਰੇ ਸੋਚਣਾ, ਦੈਨ ਉਹਨਾਂ ਦੀ ਸਿਕਿਉਰਿਟੀ ਬਾਰੇ ਸੋਚਣਾ, ਹੈ ਨਾ। ਹੈਲਥ ਇਸ਼ੂ ਹੋਣ ਜਾਂ ਕੋਈ ਮੈਂਟਲੀ ਇਸ਼ੂ ਹੋਣ ਉਹਦੇ ਲਈ ਜਿਹੜੀ ਫੈਸਿਲਿਟੀ ਪ੍ਰੋਵਾਈਡ ਕਰਨੀ ਆਪਾਂ। ਉਸ ਤੋਂ ਇਲਾਵਾ ਉਹਨਾਂ ਦੀ ਓਵਰਆਲ ਡਿਵੈਲਪਮੈਂਟ ਲਈ ਅਤੇ ਉਹਨਾਂ ਨੂੰ ਮਤਲਬ ਰਿਲੀਫ ਦੇਣ ਲਈ ਜਾਂ ਉਹਨਾਂ ਦੀ ਮਤਲਬ ਕੁਝ ਚੀਜ਼ਾਂ ਨੂੰ ਆਰਾਮ ਦੇਣ ਲਈ ਤਾਂ ਇਹ ਕੁਝ ਫੈਸਿਲਿਟੀ ਪ੍ਰੋਵਾਈਡ ਕੀਤੀਆਂ ਜਾਉਂਦੀਆਂ। ਉਸ ਵਿੱਚ ਕਿਹੜੀ ਐਸੀ ਫੈਸਿਲਿਟੀ ਹੈ ਜੋ ਫੈਕਟਰੀ ਐਕਟ ਦੇ ਮੁਤਾਬਿਕ ਨਹੀਂ ਆਉਂਦੀ? ਦੱਸੋ ਮੈਨੂੰ। ਕੰਟੀਨ, ਕਰੈਚ, ਫਸਟ ਏਡ, ਡਰਿੰਕਿੰਗ ਵਾਟਰ। ਕਿਹੜਾ ਨਹੀਂ ਆਉਂਦਾ? ਡਰਿੰਕਿੰਗ ਵਾਟਰ ਨਹੀਂ ਆਉਂਦਾ। ਠੀਕ ਹੈ, ਓਕੇ। ਅਗਲਾ ਕੁਐਸਚਨ, ਫਸਟ ਏਡ ਬਾਕਸ ਆਪਾਂ ਕਿਹੜੇ ਲੋਕਾਂ ਨੂੰ ਪ੍ਰੋਵਾਈਡ ਕਰਨਾ ਹੈ? ਯਾਨੀ ਕਿ ਕਿਹੜੀ ਸਟੈਬਲਿਸ਼ਮੈਂਟ ਦੇ ਇੰਪਲੋਇਜ਼ ਨੂੰ ਪ੍ਰੋਵਾਈਡ ਕਰਨਾ? ਜਿੱਥੇ 125 ਬੰਦੇ ਕੰਮ ਕਰਦੇ ਹੋਣੇ ਜਾਣੇ ਚਾਹੀਦੇ ਨੇ, 135 ਹੋਣੇ, 150 ਹੋਣੇ, 160 ਹੋਣੇ, ਯਾਨੀ ਕਿ ਉਸ ਸਟੈਬਲਿਸ਼ਮੈਂਟ ਵਿੱਚ ਇੰਨੇ ਪਰਸਨ ਜੇ ਕੰਮ ਕਰਨਗੇ ਤਾਂ ਹੀ ਉਹਨਾਂ ਨੂੰ ਫਸਟ ਏਡ ਬਾਕਸਿਸ ਪ੍ਰੋਵਾਈਡ ਕੀਤੀ ਜਾਏਗੀ। ਇਹਦਾ ਆਨਸਰ ਹੀ ਆ ਜਾਏਗਾ ਆਪਣਾ, ਦੱਸੋ। ਇਹਦਾ ਆਨਸਰ ਆ ਜਾਏਗਾ 150। ਦੈਨ ਸੇਫਟੀ ਆਫਿਸਰ, ਇਹਦੇ ਬਾਰੇ ਵੀ ਗੱਲ ਕੀਤੀ ਸੀ। ਜੇ ਆਪਾਂ ਅਪੁਆਇੰਟ ਕਰਦੇ ਹਾਂ, ਇਹ ਆਪਾਂ ਕਦੋਂ ਅਪੁਆਇੰਟ ਕਰਾਂਗੇ? ਜੇ ਸਾਡੇ ਕੋਲ ਕਿੰਨੇ ਇੰਪਲੋਇਜ਼ ਹੋਣੇ ਚਾਹੀਦੇ ਆ? 1000, 2000, 500, 750? ਸੇਫਟੀ ਆਫਿਸਰ ਜੋ ਓਵਰਆਲ ਸੇਫਟੀ ਬਾਰੇ ਧਿਆਨ ਰੱਖੇਗਾ ਜਾਂ ਇੰਪਲੋਇਜ਼ ਦੀ।
ਇਹਦਾ ਆਂਸਰ ਆ ਜਾਏਗਾ ਆਪਣਾ 1000 ਆ ਜਾਏਗਾ। ਅਗਲਾ ਕੁਐਸਚਨ, ਕੰਟੀਨਸ ਇਜ਼ ਟੂ ਪ੍ਰੋਵਾਈਡਡ ਇਫ ਇੰਗੇजिंग ਇੰਪਲੋਇਜ਼। ਕੰਟੀਨ ਕਿੰਨਾ ਇੰਪਲੋਇਜ਼ ਨੂੰ ਪ੍ਰੋਵਾਈਡ ਕਰਨੀ ਹੈ? ਕਿਸੇ ਐਸਟੈਬਲਿਸ਼ਮੈਂਟ ਵਿੱਚ 250 ਬੰਦੇ ਕੰਮ ਕਰਨ ਜਾਂ 230 ਕਰਨ, ਮੋਰ ਦੈਨ 300 ਕਰਨ, ਮੋਰ ਦੈਨ 275 ਕਰਨ। ਇਹਦਾ ਆਂਸਰ ਆ ਜਾਏਗਾ 250। ਪਹਿਲੇ ਵੀ ਦੱਸਿਆ ਸੀ ਤੁਹਾਨੂੰ ਮੈਂ। ਅਗਲਾ ਕੁਐਸਚਨ, ਲੀਵ ਵਿਦ ਵੇਜਿਸ ਅਲਾਉਡ ਫॉर द ਇੰਪਲੋਇਜ਼ ਇਫ ਦੇ ਵਰਕ 4 ਡੇ ਇਨ ਅ ਮੰਥ। ਕਹਿੰਦੇ ਜੇ ਆਪਾਂ ਨੇ ਲੀਵ ਦੇਣੀ ਹੈ ਵਿਦ ਵੇਜਿਸ, ਕਿ ਵੇਜਿਸ ਨਾਲ ਲੀਵ ਮਿਲ ਜੇ ਤੁਹਾਨੂੰ, ਤਾਂ ਉਹਨਾਂ ਨੂੰ ਆਪਣੇ ਮੰਥ ਦਾ ਕਿੰਨੇ ਦਿਨ ਕੰਮ ਕਰਦੇ ਹੋ ਜਾਣਾ ਚਾਹੀਦਾ, ਤਾਂ ਹੀ ਉਹਨਾਂ ਨੂੰ ਲੀਵ ਮਿਲੇਗੀ। 15 ਦਿਨ, 25 ਦਿਨ, 20 ਦਿਨ, 28 ਦਿਨ। ਇਹਦਾ ਆਂਸਰ ਆ ਜਾਏਗਾ ਕਿ ਘੱਟੋ ਘੱਟ ਉਹਨੂੰ ਮਹੀਨੇ ਦੇ 20 ਦਿਨ ਕੰਮ ਪੂਰੇ ਹੋ ਜਾਣ, ਉਹਦੇ ਕੰਮ ਕਰਦਾ ਹੋਵੇ, 20 ਦਿਨ ਲਗਾਤਾਰ ਆਵੇ, ਤਾਂ ਹੀ ਉਹਨੂੰ ਲੀਵ ਵਿਦ ਵੇਜਿਸ ਅਲਾਉਡ ਕੀਤੀ ਜਾਏਗੀ ਇੰਪਲੋਇਜ਼ ਨੂੰ। ਉਸ ਤੋਂ ਬਾਅਦ ਵੈਲਫੇਅਰ ਆਫਿਸਰ ਨੂੰ ਅਪੁਆਇੰਟ ਕਰਨ ਲਈ ਕਿਸੇ ਐਸਟੈਬਲਿਸ਼ਮੈਂਟ ਵਿੱਚ ਕਿੰਨੇ ਇੰਪਲੋਇਡ ਹੋਣੇ ਚਾਹੀਦੇ ਨੇ, ਮਤਲਬ ਕੰਮ ਕਰਦੇ ਹੋ ਜਾਣੇ ਚਾਹੀਦੇ ਨੇ। ਇੰਗੇਜ ਹੋਣੇ ਚਾਹੀਦੇ ਨੇ ਕਹਿਣ ਦਾ ਭਾਵ। ਇਹਦਾ ਆਂਸਰ ਆ ਜਾਏਗਾ 500। ਠੀਕ ਹੈ। ਅਤੇ ਸੇਫਟੀ ਆਫਿਸਰ ਲਈ ਕਿੰਨੇ ਹੋਣੇ ਚਾਹੀਦੇ ਨੇ? ਜੇ ਆਪਣਾ ਸੇਫਟੀ ਆਫਿਸਰ ਅਪੁਆਇੰਟ ਕਰਨਾ ਤਾਂ ਕਿੰਨੇ ਇੰਪਲੋਇਡ ਹੋਣੇ ਚਾਹੀਦੇ ਨੇ? ਤੁਹਾਡੇ ਲਈ ਇਹ ਕੁਐਸਚਨ ਹੈ, ਵੈਸੇ ਹੁਣੀ ਕਰਾਇਆ ਤੁਹਾਨੂੰ ਮੈਂ। ਉਸ ਤੋਂ ਬਾਅਦ ਅਗਲਾ ਦੇਖੋ, ਐਂਬੂਲੈਂਸ ਰੂਮ ਪ੍ਰੋਵਾਈਡ ਕਰਨੀ ਹੈ, ਕਿੱਥੇ ਪ੍ਰੋਵਾਈਡ ਕਰਨੀ ਹੈ, ਕਿਹੜੀ ਐਸਟੈਬਲਿਸ਼ਮੈਂਟ? ਜਿੱਥੇ 400 ਤੋਂ ਜ਼ਿਆਦਾ ਬੰਦੇ ਕੰਮ ਕਰਦੇ ਨੇ, 350 ਤੋਂ ਜ਼ਿਆਦਾ, 500 ਤੋਂ ਜ਼ਿਆਦਾ, 450 ਤੋਂ ਜ਼ਿਆਦਾ। ਇਹਦਾ ਆਂਸਰ ਆ ਜਾਏਗਾ 500 ਤੋਂ ਜ਼ਿਆਦਾ। ਕਰੈਚ ਵੀ ਪ੍ਰੋਵਾਈਡ ਕਰਨੀ ਆਪਾਂ ਨੇ ਲੇਡੀਜ਼ ਲਈ, ਸੋਰੀ ਮਾਫ ਕਰਨਾ, ਹਾਂ ਕਰੈਚ ਵੀ ਪ੍ਰੋਵਾਈਡ ਕਰਨੀ ਲੇਡੀਜ਼ ਲਈ ਹੋਏਗਾ ਨਾ, ਕਿਉਂਕਿ ਮੈਟਰਨਲ ਬੈਨੀਫਿਟ ਜਿਹੜਾ ਮਿਲਦਾ ਆਪਾਂ ਨੂੰ, ਉਹਦੇ ਹਿਸਾਬ ਸੇ ਜੇ ਆਪਣੇ ਲੇਡੀਜ਼ ਨੂੰ ਆਪਾਂ ਨੇ ਲੇਡੀ ਇੰਪਲੋਈਜ਼ ਹਨ ਜਿੱਥੇ ਕੰਮ ਕਰਦੀਆਂ, ਜੇ ਉਹਨਾਂ ਨੂੰ ਆਪਾਂ ਪ੍ਰੋਵਾਈਡ ਕਰਨੀ ਹੈ ਤਾਂ ਕਿੰਨੇ ਇੰਪਲੋਇਡ ਹੋਣੇ ਚਾਹੀਦੇ ਨੇ ਲੇਡੀਜ਼? ਦੱਸੋ ਮੈਨੂੰ। 25, 32, 30, 40। ਇਹਦਾ ਆਂਸਰ ਆ ਜਾਏਗਾ ਆਪਣਾ 30। ਡਨ। ਅੱਗੇ ਕੁਐਸਚਨ, ਅਡਲਟ ਵਰਕਰ ਕੈਨ ਵਰਕ ਅਪ ਟੂ ਦ ਆਵਰਸ ਇਨ ਅ ਡੇ ਐਜ਼ ਪਰ ਦ ਫੈਕਟਰੀ ਐਕਟ। ਇੱਕ ਅਡਲਟ ਵਰਕਰ ਨੂੰ ਇੱਕ ਦਿਨ 'ਚੋਂ ਮੈਕਸਿਮਮ ਕਿੰਨੇ ਦੇਰ ਕੰਮ ਕਰ ਸਕਦਾ ਉਸ ਕਿਸੇ ਵੀ ਐਸਟੈਬਲਿਸ਼ਮੈਂਟ ਵਿੱਚ, ਇਸ ਐਕਟ ਦੇ ਮੁਤਾਬਿਕ? 8 ਘੰਟੇ, 9 ਘੰਟੇ, 10 ਘੰਟੇ, 12 ਘੰਟੇ। ਇਹਦਾ ਆ ਗਿਆ ਆਪਣਾ 9 ਘੰਟੇ। ਠੀਕ ਹੈ, ਓਕੇ। ਅਗਲਾ ਕੁਐਸਚਨ, ਓਬਲੀਗੇਸ਼ਨ ਆਫ ਦੀ ਵਰਕਰ ਅੰਡਰ ਦ ਫੈਕਟਰੀ ਐਕਟ। ਠੀਕ ਹੈ, ਵਰਕਰ ਦੀ ਕਿਆ ਓਬਲੀਗੇਸ਼ਨ ਜਿਹੜੀ ਹੈ ਉਹ ਡਿਸਕਸ ਕੀਤੀ ਗਈ ਸੈਕਸ਼ਨ ਮੁਤਾਬਿਕ, ਯਾਨੀ ਕਿ ਕਹਿਣ ਦਾ ਭਾਵ ਓਬਲੀਗੇਸ਼ਨਸ ਹੈ ਕੁਛ ਵਰਕਰ ਦੀਆਂ ਇਸ ਫੈਕਟਰੀ ਐਕਟ ਦੇ ਮੁਤਾਬਿਕ, ਉਹ ਕਿਹੜੇ ਸੈਕਸ਼ਨ ਵਿੱਚ ਗੱਲ ਕੀਤੀ ਹੋਈ ਹੈ? 78, 101, 111, 99। ਇਹਦਾ ਆਂਸਰ ਆ ਜਾਏਗਾ ਆਪਣਾ 111 ਸੈਕਸ਼ਨ ਵਿੱਚ। ਸੈਕਸ਼ਨ ਨੰਬਰ 111 ਵਿੱਚ ਹੀ ਵਰਕਰ ਦੇ ਓਬਲੀਗੇਸ਼ਨਸ ਬਾਰੇ ਗੱਲ ਕੀਤੀ ਹੋਈ ਹੈ। ਦਾ ਟਰਮ ਸਬੈਟੀਕਲ ਕਿਸ ਨਾਲ ਕਨੈਕਟ ਕਰਦਾ ਹੈ? ਦੱਸੋ ਮੈਨੂੰ। ਇਹ ਤੁਹਾਨੂੰ ਕਰਾਇਆ ਹੋਇਆ ਮੈਂ। ਇਹਦਾ ਆਂਸਰ ਆ ਜਾਏਗਾ ਪੇਡ ਲੀਵ ਫॉर ਸਟੱਡੀ। ਡਨ। ਇਸ ਨੂੰ ਆਪਾਂ ਇਸ ਨਾਲ ਕਨੈਕਟ ਕਰਕੇ ਚੱਲਦੇ ਹਾਂ। ਉਸ ਤੋਂ ਬਾਅਦ 49 ਆਫ ਫੈਕਟਰੀ ਐਕਟ ਸਟੇਜ ਅਬਾਊਟ ਦੀ, ਜਿਹੜਾ ਸੈਕਸ਼ਨ 49 ਹੈ ਫੈਕਟਰੀ ਐਕਟ 1948, ਸੋਰੀ 47 ਨਹੀਂ 1948, ਜਿਹੜਾ ਹੈ ਉਹ ਕਿਸ ਬਾਰੇ ਗੱਲ ਕਰਦਾ ਹੈ? ਵੈਲਫੇਅਰ ਆਫਿਸਰ ਬਾਰੇ, ਕੰਟੀਨ ਬਾਰੇ, ਰੈਸਟ ਰੂਮ ਬਾਰੇ, ਕਰੈਚ ਬਾਰੇ? ਦੱਸੋ ਮੈਨੂੰ, ਦੱਸੋ। ਇਹਦਾ ਆਂਸਰ ਆ ਜਾਏਗਾ ਆਪਣਾ ਵੈਲਫੇਅਰ ਆਫਿਸਰ ਬਾਰੇ ਗੱਲ ਕਰਦਾ ਹੈ। ਸੈਕਸ਼ਨ 2 ਸਬਸੈਕਸ਼ਨ ਕੇ ਉਹ ਫੈਕਟਰੀ ਐਕਟ 1948 ਦੈਨ ਕਿਸ ਬਾਰੇ ਗੱਲ ਆਖਦਾ? ਪੂਰੇ ਆਏਗਾ ਆਪਣਾ ਸੈਕਸ਼ਨ 48 ਹੀ ਆਏਗਾ। ਠੀਕ ਹੈ ਨਾ, ਮੈਨੂੰ ਮਿਸਪ੍ਰਿੰਟ ਹੋਇਆ ਪਿਆ। ਸੈਕਸ਼ਨ 2K ਫੈਕਟਰੀ ਐਕਟ 1948 ਕਿਸ ਬਾਰੇ ਗੱਲ ਆਖਦਾ? ਦੱਸੋ। ਇਹ ਆਂਸਰ ਆ ਜਾਏਗਾ ਆਪਣਾ, ਦੱਸੋ ਕੀ ਆਂਸਰ ਆਏਗਾ ਇਹਦਾ? 47 ਦਾ ਕਿੰਨਾ ਆਂਸਰ ਆਏਗਾ? ਏ ਆਪਸ਼ਨ ਆਏਗਾ। ਠੀਕ ਹੈ, ਮੈਨੂਫੈਕਚਰਿੰਗ ਪ੍ਰੋਸੈਸ ਬਾਰੇ ਗੱਲਾਂ ਆਖਦਾ। ਮਾਫ ਕਰਨਾ। ਇਫ ਦਾ ਫੈਕਟਰੀ ਐਕਟ ਇੰਪਲੋਏ ਮੋਰ ਦੈਨ 1000 ਵਰਕਰ, ਤੁਹਾਨੂੰ ਕਿਹੜੇ ਪਰਸਨ ਨੂੰ ਅਪੁਆਇੰਟ ਕਰਨਾ ਪਏਗਾ? ਕਿਹੜੇ ਐਸੇ ਆਫਿਸਰ ਨੂੰ ਅਪੁਆਇੰਟ ਕਰਨਾ ਪਏਗਾ ਜਿੱਥੇ 1000 ਤੋਂ ਜ਼ਿਆਦਾ ਬੰਦੇ ਕੰਮ ਕਰਦੇ ਨੇ? ਸੇਫਟੀ ਆਫਿਸਰ, ਵੈਲਫੇਅਰ ਆਫਿਸਰ, ਦੱਸੋ, ਸਿਕਿਉਰਿਟੀ ਆਫਿਸਰ, ਦੱਸੋ। ਪਹਿਲੇ ਵੀ ਦੱਸਿਆ ਸੀ ਤੁਹਾਨੂੰ ਮੈਂ ਇਹਦੇ ਬਾਰੇ ਆਂਸਰ, ਸੇਫਟੀ ਆਫਿਸਰ। ਡਨ। ਅਗਲਾ ਕੁਐਸਚਨ, ਕਹਿੰਦੇ ਫॉर ਕੰਟਰਾਵੈਂਸ਼ਨ ਆਫ ਦੀ ਪ੍ਰੋਵੀਜ਼ਨ ਆਫ ਫੈਕਟਰੀ ਐਕਟ ਰੂਲਸ ਓਕਿਊਪਾਇਰ ਸ਼ੈਲ ਲਾਇਬਲ ਫॉर ਪਨਿਸ਼ਮੈਂਟ ਅਪ ਟੂ। ਜੇ ਕੋਈ ਵੀ ਮਤਲਬ ਇਸ ਐਕਟ ਦੇ ਪ੍ਰੋਵੀਜ਼ਨ ਨੂੰ ਕੰਟਰਾਵੀਨ ਕਰਦਾ ਹੈ ਓਕਿਊਪਾਇਰ, ਤਾਂ ਉਹ ਲਾਇਬਲ ਹੈ ਪਨਿਸ਼ਮੈਂਟ ਦਾ। ਕਿੰਨੀ ਪਨਿਸ਼ਮੈਂਟ ਦਾ? 2 ਸਾਲ ਦੀ ਸਜ਼ਾ, 1 ਸਾਲ ਦਾ ਫਾਈਨ,
ਜਾਂ 6 ਮਹੀਨੇ ਦੀ ਸਜ਼ਾ ਜਾਂ 10,000 ਦਾ ਫਾਈਨ ਜਾਂ ਦੋਨੋਂ, ਜਾਂ 3 ਸਾਲ ਦੀ ਸਜ਼ਾ ਜਾਂ 10,000 ਦਾ ਫਾਈਨ ਜਾਂ ਦੋਨੋਂ, ਨਨ ਆਫ ਥੀਸ। ਦੱਸੋ। ਇਹਦਾ ਆਂਸਰ ਆ ਜਾਏਗਾ 2 ਸਾਲ ਦੀ ਸਜ਼ਾ ਜਾਂ 1 ਲੱਖ ਦਾ ਫਾਈਨ, ਇਹ ਆਪਸ਼ਨ ਆ ਜਾਏਗਾ। ਠੀਕ ਹੈ। ਮੈਨੇਜਰ of every factory should send an annual report to the inspectorate of the factories containing the details like number of the workers employed, leave with the wages, safety officer, ambulance room, canteen, shelter, accident in form number of before the 31st July January। यानी कि ऐसे किहड़े फॉर्म विच जिहड़ा मैनेजर है हरेक फैक्टरी एक्ट का एक एनुअल रिपोर्ट विच फैक्टरी की सारी डिटेल्स जिहड़ी है इंस्पैक्टर नूं भेजदा है, तो किहड़े फॉर्म विच भेजदा है? फॉर्म नंबर 22, फॉर्म नंबर 21, फॉर्म नंबर 25A, 25B। समझ पा रहे हो ना कि ਜਿਹੜਾ ਮੈਨੇਜਰ ਹੈ ਫੈਕਟਰੀ ਦਾ ਉਹ ਇੱਕ ਰਿਪੋਰਟ ਬਣਾ ਕੇ ਭੇਜਦਾ ਹੈ ਜਿਸ ਵਿੱਚ ਉਹ ਵਰਕਰ ਦੇ ਲੀਵ, ਵੇਜਿਸ, ਉਹਨਾਂ ਦੇ ਸੇਫਟੀ ਆਫਿਸਰ ਬਾਰੇ ਜਾਣਕਾਰੀ, ਐਂਬੂਲੈਂਸ ਰੂਮ ਬਾਰੇ ਜਾਣਕਾਰੀ, ਕੰਟੀਨ ਸ਼ੈਲਟਰ ਬਾਰੇ ਜਾਣਕਾਰੀ ਇੰਸਪੈਕਟਰ ਨੂੰ ਭੇਜਦਾ ਹੈ। ਤਾਂ ਉਹ ਕਿਹੜੇ ਫਾਰਮ ਵਿੱਚ ਭੇਜਦਾ? ਇਹਦਾ ਆਨਸਰ ਆ ਜਾਏਗਾ ਫਾਰਮ ਨੰਬਰ 22। ਅਗਲਾ ਕੁਐਸਚਨ, ਇਫ ਅ ਇੰਪਲੋਇਰ ਮਾਫ ਕਰਨਾ, ਇਫ ਅ ਇੰਪਲੋਈ ਫਾਊਂਡ ਵਾਇਲੇਟਿੰਗ ਦੀ ਸੈਕਸ਼ਨ 20 ਆਫ ਦੀ ਫੈਕਟਰੀ ਐਕਟ 1947 ਸ਼ੈਲ ਬੀ ਲਾਇਬਲ ਫਾਈਨ ਅਪ ਟੂ। ਜੋ ਸੈਕਸ਼ਨ 20 ਦੇ ਫੈਕਟਰੀ ਐਕਟ ਦੇ ਜਿਹੜੇ ਮਤਲਬ ਪ੍ਰੋਵੀਜ਼ਨਸ ਹੈ, ਜੇ ਉਹਨੂੰ ਵਾਇਲੇਟ ਕਰਦਾ ਤਾਂ ਉਹ ਕਿੰਨਾ ਫਾਈਨ ਭਰਨ ਲਈ ਲਾਇਬ ਹੁੰਦਾ? ਦੱਸੋ ਮੈਨੂੰ। 10 ਰੁਪਏ, 5 ਰੁਪਏ, 15 ਰੁਪਏ, 20 ਰੁਪਏ। ਇਹਦਾ ਆਨਸਰ ਆ ਜਾਏਗਾ 5 ਰੁਪਏ। ਠੀਕ ਹੈ। ਅੱਗੇ ਸੈਕਸ਼ਨ 41G ਆਫ ਦੀ ਫੈਕਟਰੀ ਐਕਟ 1946 ਕੀ ਕਿਹਾ ਹੁੰਦਾ? ਯਾਨੀ ਕਿ ਜਿਹੜਾ ਸੈਕਸ਼ਨ ਆਪਣਾ 41 ਹੈ ਫੈਕਟਰੀ ਐਕਟ ਦਾ, ਕੀ ਕਹਿੰਦਾ? ਕਿਸ ਬਾਰੇ ਗੱਲ ਕਰਦਾ? 41G ਫੈਂਸਿੰਗ ਆਫ ਮਸ਼ੀਨਰੀ ਬਾਰੇ ਗੱਲ ਕਰਦਾ, ਫੇਸਿੰਗ ਆਫ ਮਸ਼ੀਨਰੀ ਬਾਰੇ ਗੱਲ ਕਰਦਾ, ਵਰਕ ਔਰ ਨੀ ਮਸ਼ੀਨਰੀ ਇਨ ਮੋਸ਼ਨ ਦੀ ਗੱਲ ਕਰਦਾ, ਵਰਕਰਸ ਪਾਰਟੀਸਪੇਸ਼ਨ ਇਨ ਸੇਫਟੀ ਮੈਨੇਜਮੈਂਟ ਦੀ ਗੱਲ ਕਰਦਾ, ਕਿਸ ਬਾਰੇ ਗੱਲ ਆਖਦਾ? ਇਹਦਾ ਆਨਸਰ ਆ ਜਾਏਗਾ ਆਪਣਾ ਵਰਕਰ ਦੇ ਪਾਰਟੀਸਪੇਸ਼ਨ ਦੀ ਆ ਗੱਲ ਆਖਦਾ। ਇਨ ਸੇਫਟੀ ਮੈਨੇਜਮੈਂਟ ਵਿੱਚ ਵਰਕਰ ਦਾ ਪਾਰਟੀਸਪੇਸ਼ਨ ਵੀ ਹੋਵੇ, ਉਸ ਬਾਰੇ ਗੱਲ ਆਖਦਾ ਸੈਕਸ਼ਨ 41G। ਹੂ ਇਜ਼ ਰਿਸਪੋਂਸੀਬਲ ਫॉर द पेमेंट टू अ पर्सन एम्प्लॉयड बाय हिम इन फैक्ट्री अंडर द पेमेंट ऑफ वेजेस एक्ट 1986। डन। कौन रिस्पोंसीबल है ਇੰਪਲੋਇਜ਼ ਨੂੰ ਫੈਕਟਰੀ ਐਕਟ ਦੇ ਮੁਤਾਬਿਕ? ਜੇ ਮੈਂ ਗੱਲ ਕਰਾਂ ਪੇਮੈਂਟ ਆਫ ਵੇਜਿਸ ਐਕਟ ਜਿਸ ਦੇ ਫੈਕਟਰੀ ਵਿੱਚ ਲੱਗਦਾ ਹੈ, ਉਸ ਵਿੱਚ ਕਿਹੜਾ ਜਿਹੜਾ ਪੋਜੀਸ਼ਨ ਦਾ ਜਿਹੜਾ ਪਰਸਨ ਆ ਰਿਸਪੋਂਸੀਬਲ ਹੈ ਜੋ ਪੇਮੈਂਟ ਕਰੇਗਾ ਉਹਨਾਂ ਇੰਪਲੋਇਜ਼ ਨੂੰ ਜਿਨ੍ਹਾਂ ਦੇ ਉੱਪਰ ਪੇਮੈਂਟ ਆਫ ਵੇਜਿਸ ਐਕਟ ਲੱਗ ਰਿਹਾ ਉਸ ਫੈਕਟਰੀ ਵਿੱਚ? ਤਾਂ ਕੌਣ ਐਸਾ ਪਰਸਨ ਹੈ ਜੋ ਰਿਸਪੋਂਸੀਬਲ ਹੈ? ਅਕਾਊਂਟਸ ਮੈਨੇਜਰ, HR ਮੈਨੇਜਰ, ਓਨਰ। ਇਹਦਾ ਆਨਸਰ ਆ ਜਾਏਗਾ ਮੈਨੇਜਰ। ਠੀਕ ਹੈ। The applicant and occupier who propose to start the factory should be submit the। ਇਹਨੇ ਕੋਈ ਵੀ ਐਸਾ ਐਪਲੀਕੈਂਟ ਜਾਂ ਓਕਿਊਪਾਇਰ ਜੋ ਆਪਣੀ ਫੈਕਟਰੀ ਨੂੰ ਸਟਾਰਟ ਕਰਨਾ ਚਾਹੁੰਦਾ, ਉਹ ਕਿਹੜਾ ਫਾਰਮ ਭਰੇਗਾ? ਉਹ ਫਾਰਮ ਭਰੇਗਾ ਆਪਣਾ ਫੋਨ ਨੰਬਰ 2। ਠੀਕ ਹੈ। ਉਸ ਤੋਂ ਬਾਅਦ ਜਿਹੜੀ ਲਾਇਸੈਂਸ ਫੀਸ ਹੈ, ਕੈਨ ਬੀ ਪੇ ਟੂ ਦ ਗੈਟ ਅ ਲਾਇਸੈਂਸ ਫੋਰ ਅ ਫੈਕਟਰੀ ਮੈਕਸਿਮਮ ਅਪ ਟੂ। ਜਿਹੜੀ ਲਾਇਸੈਂਸ ਫੀਸ ਦੇ ਮੁਤਾਬਿਕ ਕਿੰਨਾ ਲਾਇਸੈਂਸ ਇਨ ਈਅਰਸ ਦਾ ਮਿਲੇਗਾ ਫੈਕਟਰੀ ਐਕਟ ਦੇ ਮੁਤਾਬਿਕ? ਦੱਸੋ ਮੈਨੂੰ। ਯਾਨੀ ਕਹਿਣ ਦਾ ਭਾਵ ਇਹ ਹੋ ਗਿਆ ਕਿ ਜੇ ਆਪਾਂ ਨੇ ਫੈਕਟਰੀ ਲਗਾਉਣੀ ਉਹਦੇ ਲਾਇਸੈਂਸ ਲੈਣਾ ਪੈਂਦਾ ਨਾ, ਤਾਂ ਉਹ ਲਾਇਸੈਂਸ ਸਾਨੂੰ ਕਿੰਨੇ ਸਾਲਾਂ ਲਈ ਮਿਲੇਗਾ? ਇਹਦਾ ਆਨਸਰ ਆ ਜਾਏਗਾ 5 ਸਾਲਾਂ ਲਈ ਮਿਲੇਗਾ। ਓਕੇ। ਜਿਹੜੀ ਆਪਾਂ ਨੇ ਲਾਇਸੈਂਸ ਦੀ ਜਿਹੜੀ ਐਪਲੀਕੇਸ਼ਨ ਹੈ ਉਹਨੂੰ ਆਪਾਂ ਰੀਨਿਊ ਕਰਨਾ ਹੈ। ਡਨ। ਉਹ ਆਪਾਂ ਸਬਮਿਟ ਕਰਦੇ ਹਾਂ ਫਿਰ ਉਸਦੇ ਲਈ ਆਫਟਰ 31 ਦਸੰਬਰ ਆਫ ਦੀ ਐਵਰੀ ਈਅਰ। ਤਾਂ ਜੇ ਉਹ ਤੁਸੀਂ ਉਸ ਵਕਤ ਨਾ ਕੀਤੀ ਤਾਂ ਤੁਹਾਨੂੰ ਕਿੰਨਾ ਫਾਈਨ ਭਰਨਾ ਪਏਗਾ? ਯਾਨੀ ਕਿ 31 ਦਸੰਬਰ ਤੋਂ ਪਹਿਲਾਂ ਜੇ ਤੁਸੀਂ ਭਰਤੀ ਹੈ ਠੀਕ ਹੈ, ਜੇ ਤੁਸੀਂ ਨਾ ਭਰੇ ਤਾਂ ਤੁਹਾਨੂੰ ਕਿੰਨਾ ਫਾਈਨ ਭਰਨਾ ਪਏਗਾ? 10% ਆਫ ਲਾਇਸੈਂਸ ਫੀ, 20% ਆਫ ਲਾਇਸੈਂਸ ਫੀਸ, 30% ਆਫ ਲਾਇਸੈਂਸ ਫੀਸ ਜਾਂ ਨਨ ਆਫ ਦੀਸ? ਇਹਦਾ ਆਨਸਰ ਆ ਜਾਏਗਾ 20% ਆਫ ਲਾਇਸੈਂਸ ਫੀਸ। ਓਕੇ। ਅਗਲਾ ਕੁਐਸਚਨ, ਸੈਕਸ਼ਨ 20 ਆਫ ਫੈਕਟਰੀ ਐਕਟ ਕਿਸ ਦੇ ਬਾਰੇ ਗੱਲ ਆਖਦਾ? ਇਹਦਾ ਆਨਸਰ ਆ ਜਾਏਗਾ ਆਪਣਾ C ਆਪਸ਼ਨ। ਡਨ। ਓਕੇ। ਉਸ ਤੋਂ ਬਾਅਦ ਇੰਪਲੋਇਮੈਂਟ ਆਫ ਯੰਗ ਪਰਸਨ ਔਨ ਡੇਂਜਰਸ ਮਸ਼ੀਨ ਸ਼ੈਲ ਬੀ ਫੋਰਬਿਟਡ ਦ ਸੈਕਸ਼ਨ ਆਫ ਡੈਸ਼ ਆਫ ਦੀ ਫੈਕਟਰੀ ਐਕਟ 1947। ਕਹਿੰਦੇ ਕਿਸੇ ਯੰਗ ਪਰਸਨ ਨੂੰ ਤੁਸੀਂ ਡੇਂਜਰਸ ਮਸ਼ੀਨਾਂ ਵਿੱਚ ਕੰਮ ਕਰਾ ਰਹੇ ਹੋ, ਡਨ, ਤਾਂ ਉਹ ਫੋਰਬਿਟ ਕੀਤਾ ਗਿਆ। ਕਿਸ ਸੈਕਸ਼ਨ ਵਿੱਚ ਇਹ ਇਸ ਬਾਰੇ ਗੱਲ ਆਖੀ ਹੋਈ ਹੈ? ਸੈਕਸ਼ਨ 21, 22, 23, 24। ਇਹ ਗੱਲ ਆਖੀ ਹੋਈ ਹੈ 23 ਵਿੱਚ। ਉਸ ਤੋਂ ਬਾਅਦ
a suitable goggles shall be provided for the protection of the person employed in any factory। ਤਾਂ ਇਹ ਕਿਹੜੇ ਸੈਕਸ਼ਨ ਡਿਸਕਸ ਕੀਤਾ ਹੋਇਆ ਕਿ ਜੇ ਕੋਈ ਐਸਾ ਪਰਸਨ ਇਹ ਫੈਕਟਰੀ 'ਚ ਕੰਮ ਕਰਦਾ ਹੈ ਤਾਂ ਉਸ ਦੀ ਪ੍ਰੋਟੈਕਸ਼ਨ ਲਈ ਤੁਸੀਂ ਉਹਨੂੰ ਗੋਗਲਸ ਪ੍ਰੋਵਾਈਡ ਕਰੋਗੇ ਜੇ ਉਹਦਾ ਮਤਲਬ ਪਾਵਰ ਨਾਲ ਰਿਲੇਟਡ ਜੇ ਕੋਈ ਕੰਮ ਹੈ, ਕੋਈ ਵੀ ਐਸਾ ਕੰਮ ਜਿਸ ਵਿੱਚ ਚਿੰਗਾਰੀ ਲੱਗਦੀ ਮਤਲਬ ਹੁੰਦੀ ਹੈ, ਜਿਵੇਂ ਤੁਸੀਂ ਦੇਖਦੇ ਹੀ ਹੋ, ਤਾਂ ਉਸ ਤਰ੍ਹਾਂ ਦਾ ਜੇ ਕੋਈ ਵੀ ਕੰਮ ਹੈ ਤਾਂ ਉਸ ਵਿੱਚ ਤੁਸੀਂ ਗੋਗਲਸ ਪ੍ਰੋਵਾਈਡ ਕਰੋਗੇ। ਤਾਂ ਕਿਹੜੇ ਸੈਕਸ਼ਨ ਵਿੱਚ ਗੱਲ ਕੀਤੀ ਹੋਈ ਹੈ ਇਸ ਦੇ ਬਾਰੇ? ਇਹ ਕੀਤੀ ਹੋਈ ਆਪਣੇ ਸੈਕਸ਼ਨ 35 ਵਿੱਚ। ਡਨ। ਇਸ ਵਿੱਚ ਸੈਕਸ਼ਨ 35 ਵਿੱਚ। ਓਕੇ। ਉਸ ਤੋਂ ਬਾਅਦ ਅਗਲਾ ਕੁਐਸਚਨ, ਇਹ ਤੁਸੀਂ ਰਹਿਣ ਦਿਓ, ਤੁਹਾਨੂੰ ਥੋੜ੍ਹੇ ਉਹਦੇ ਕੁਐਸਚਨ ਥੋੜ੍ਹੇ ਉਹ ਲੱਗ ਰਹੇ ਹੋਣੇ, ਬਟ ਇਹੀ ਆਪਣਾ ਮਕਸਦ ਹੈ ਕਿ ਆਪਾਂ ਹਰੇਕ ਤਰ੍ਹਾਂ ਦੀ ਚੀਜ਼ਾਂ ਕਵਰ ਕਰੀਏ। ਡਨ। ਵੈਸੇ ਤੁਸੀਂ ਘਬਰਾਉਣਾ ਨਹੀਂ ਹੈ। ਡਨ। ਤਾਂ ਤੁਹਾਨੂੰ ਜਿੰਨਾ ਆਉਂਦਾ ਚੰਗੀ ਗੱਲ ਹੈ, ਜੋ ਚੀਜ਼ ਨਵੀਂ ਲੱਗ ਰਹੀ ਉਹ ਤੁਹਾਨੂੰ ਉਸਨੂੰ ਲਰਨ ਕਰਨਾ। ਸਮਝ ਗਏ? ਇਹ ਐਸੀ ਚੀਜ਼ਾਂ ਜਿਸ ਦੇ ਬਾਰੇ ਤੁਸੀਂ ਕੋਈ ਵਿਸਥਾਰ 'ਚ ਨਹੀਂ ਪੜ੍ਹ ਸਕਦੇ। ਇਹ ਤੁਹਾਨੂੰ ਰੈਂਡਮਲੀ ਕੋਈ ਚੀਜ਼ ਆ ਸਕਦੀ ਹੈ ਸਟੈਟਿਕ ਬੇਸ 'ਤੇ, ਤਾਂ ਉਹ ਤੁਹਾਨੂੰ ਇਸ ਤਰ੍ਹਾਂ ਹੀ ਪੜ੍ਹਨੀ ਹੈ। ਡਨ। ਦ ਐਕਸੀਡੈਂਟ ਰਿਪੋਰਟ ਸ਼ੈਲ ਬੀ ਕਨਫਰਮਡ ਬਾਈ ਦ ਮੈਨੇਜਰ ਬਾਈ ਸੈਂਡਿੰਗ ਅ ਸੈਪਰੇਟ report in form number dash with details of the number of person killed or injured to inspector to factors within the dash hours। ਦੱਸੋ ਮੈਨੂੰ, ਜੇ ਐਕਸੀਡੈਂਟ ਰਿਪੋਰਟ ਭੇਜੇ ਮੈਨੇਜਰ ਇੰਸਪੈਕਟਰ ਨੂੰ, ਤਾਂ ਉਸ ਵਿੱਚ ਉਹ ਕਿਹੜਾ ਫਾਰਮ ਭਰੇਗਾ ਅਤੇ ਉਸ ਦੀ ਡਿਟੇਲ ਉਹ ਕਿੰਨੇ ਘੰਟੇ ਵਿੱਚ ਉਹਨੂੰ ਭੇਜਣੀ ਚਾਹੀਦੀ ਹੈ। ਜਦੋਂ ਉਹਦਾ ਐਕਸੀਡੈਂਟ ਹੋਇਆ ਉਸ ਤੋਂ ਕਿੰਨੇ ਘੰਟੇ ਵਿੱਚ ਉਸਨੂੰ ਭੇਜਣੀ ਚਾਹੀਦੀ ਹੈ। ਇਹਦਾ ਆਨਸਰ ਆਏਗਾ ਫਾਰਮ ਨੰਬਰ 18 ਅਤੇ 12 ਘੰਟੇ ਦੇ ਅੰਦਰ ਰਿਪੋਰਟ ਚਲੀ ਜਾਵੇ। ਉਸ ਤੋਂ ਬਾਅਦ ਜੇ ਮੈਂ ਗੱਲ ਕਰਾਂ, ਦ ਪਾਰਟੀਕੂਲਰਸ ਆਫ ਦੀ ਐਕਸੀਡੈਂਟ ਸ਼ੁੱਡ ਬੀ ਐਂਟਰਡ ਇਨ ਦ ਸੈਪਰੇਟ ਰਜਿਸਟਰ ਕੈਪਟ ਐਜ਼ ਐਕਸੀਡੈਂਟ ਬੁੱਕ ਫਾਰਮ ਨੰਬਰ ECI ਆਫਿਸ। ਦੱਸੋ ਮੈਨੂੰ, ਇਹ ਤੁਸੀਂ ਸਕਿਪ ਕਰ ਦਿਓ। ਠੀਕ ਹੈ। ਓਕੇ। ਸੈਕਸ਼ਨ ਡੈਸ਼ ਆਫ ਦੀ ਫੈਕਟਰੀ ਐਕਟ ਡਿਸਕ੍ਰਾਈਬ ਅਬਾਊਟ ਦੀ ਰਾਈਟ ਆਫ ਓਨਰ, ਸੌਰੀ ਓਨਰ ਕਹਿ ਗਿਆ, ਵਰਕਰ ਦੇ ਰਾਈਟ ਕਿਸ ਸੈਕਸ਼ਨ 'ਚ ਗੱਲ ਕੀਤੀ ਹੋਈ ਹੈ ਫੈਕਟਰੀ ਐਕਟ ਦੇ? ਇਹ ਗੱਲ ਕੀਤੀ ਹੋਈ ਹੈ 111A ਵਿੱਚ ਗੱਲ ਕੀਤੀ ਹੋਈ ਹੈ। ਅਗਲਾ ਕੁਐਸਚਨ, ਦ ਓਕਿਊਪਾਇਰ ਸ਼ੈਲ ਬੀ ਪੁਨਿਸ਼ਬਲ ਵਿਦ ਦੀ ਇੰਪ੍ਰਿਜ਼ਮੈਂਟ ਐਕਸਟੈਂਡ ਟੂ ਮੰਥਸ ਔਰ ਫਾਈਨ ਬੋਥ ਆਫ ਦੀ ਯੂਜ਼ਿੰਗ ਫੋਲਸ ਦੀ ਸਰਟੀਫਿਕੇਟ ਆਫ ਦੀ ਫਿਟਨੈਸ। ਦੱਸੋ ਮੈਨੂੰ, ਇਹਦਾ ਆਨਸਰ ਆ ਜਾਏਗਾ ਆਪਣਾ 2 ਮੰਥ ਦੀ ਸਜ਼ਾ ਹੋ ਸਕਦੀ ਹੈ ਜਾਂ 1000 ਰੁਪਏ ਦਾ ਫਾਈਨ ਹੋ ਸਕਦਾ। ਠੀਕ ਹੈ। ਓਕੇ। ਚਲੋ ਉਸ ਤੋਂ ਬਾਅਦ ਇਹ ਰਹਿਣ ਦਿਓ ਤੁਸੀਂ। ਇਨ ਕੇਸ ਆਫ ਦੀ ਮਿਸਕੈਰੇਜ, ਠੀਕ ਹੈ, ਇਨ ਕੇਸ ਆਫ ਦੀ ਮਿਸਕੈਰੇਜ ਅ ਵੂਮਨ ਵਰਕਰ ਸ਼ੈਲ ਬੀ ਅਲਾਊਡ ਵੀਕਸ ਲੀਵ ਵਿਦ ਵੇਜਿਸ। ਦੱਸੋ ਮੈਨੂੰ, ਜੇ ਮਿਸਕੈਰੇਜ ਹੋਵੇ ਤਾਂ ਵੂਮਨ ਵਰਕਰ ਨੂੰ ਤੁਸੀਂ ਅਲਾਉ ਕਰ ਸਕਦੇ ਹੋ ਲੀਵ ਵਿਦ ਵੇਜਿਸ ਦੀ। ਕਿੰਨੇ ਵੀਕਸ ਦੀ ਅਲਾਉ ਹੋ ਸਕਦੀ ਹੈ? 12 ਹਫ਼ਤਿਆਂ ਦੀ, 6 ਹਫ਼ਤਿਆਂ ਦੀ, 4 ਹਫ਼ਤਿਆਂ ਦੀ, 24 ਹਫ਼ਤਿਆਂ ਦੀ। ਇਹਦਾ ਆਨਸਰ ਆ ਜਾਏਗਾ ਆਪਣਾ 6 ਹਫ਼ਤਿਆਂ ਦੀ। ਠੀਕ ਹੈ। ਓਕੇ। ਅੰਡਰ ਦੇਖੋ, ਕਹਿੰਦੇ EMPLOYEE is eligible to get a bonus under the payment of bonus act 1965 if he had worked for the not less than dash days in the preceding year। ਸਮਝ ਪਾ ਰਹੇ ਹੋ ਨਾ ਕੁਐਸਚਨ ਨੂੰ? ਪੂਰੇ ਮੈਂ ਐਕਸਪਲੇਨ ਤਾਂ ਨਹੀਂ ਕਰਨ ਦੀ ਲੋੜ। ਪੂਰਾ ਆਨਸਰ ਕੀ ਆ ਜਾਏਗਾ ਆਪਣਾ 30 ਡੇਜ਼। ਅਗਲਾ ਕਹਿੰਦੇ ਐਨ EMPLOYEE, ਉਹਦੀ ਜਿਹੜੀ ਸੈਲਰੀ ਹੈ ਡਜ਼ ਨੋਟ ਐਕਸੀਡ ਦੀ ਐਲੀਜੀਬਲ, ਮਤਲਬ ਉਹਦੀ ਸੈਲਰੀ ਜਿਹੜੀ ਹੈ ਜੋ ਇੱਕ ਥ੍ਰੈਸ਼ਹੋਲਡ ਲਿਮਿਟ ਹੈ ਬੋਨਸ ਐਕਟ ਦੀ, ਉਸ ਹਿਸਾਬ ਸਿਰ ਉਹਦੀ ਲਿਮਿਟ ਦੇ ਹਿਸਾਬ ਸਿਰ ਉਹਦੀ ਸੈਲਰੀ ਹੈ ਅਤੇ ਉਹ ਐਲੀਜੀਬਲ ਹੈ ਬੋਨਸ ਐਕਟ ਦੇ ਨਾਲ। ਠੀਕ ਹੈ। ਤਾਂ ਉਸ ਨੂੰ ਕਿੰਨਾ ਬੋਨਸ ਮਿਲੇਗਾ? 3500, 2500, 6500, 10000। ਇਹਦਾ ਆਨਸਰ ਆ ਜਾਏਗਾ ਆਪਣਾ 10000। ਕਿੰਨਾ? 10000। ਠੀਕ ਹੈ। ਚਲੋ ਅੱਜ ਆਪਾਂ ਇੰਨੇ ਹੀ ਕਰਾਂਗੇ ਕੁਐਸਚਨ। ਡਨ। ਓਕੇ। ਸੋ ਆਉਣ ਵਾਲੇ 'ਚ ਆਪਾਂ 150 ਕਰਨੇ ਨੇ, 150 ਕੋ ਕੁਐਸਚਨ ਕਰਾਂਗੇ, 150 ਜਾਂ 200 ਹੀ ਕਰਾਂਗੇ। ਠੀਕ ਹੈ। ਤਾਂ ਆਪਣਾ ਇਹ ਕੰਪਲੀਟ ਹੋ ਜਾਏਗਾ। 150 ਆਈ ਥਿੰਕ 150 ਹੀ ਹੋਣਗੇ। 150 ਕੁਐਸਚਨ ਹੋਣਗੇ। ਚਲੋ, ਅਤੇ ਇਸ ਵਿੱਚ ਨਾ ਕੁਝ ਪਾਰਟ ਤੁਹਾਨੂੰ ਸਟੈਟਿਕ ਦਾ ਵੀ ਮਿਲੇਗਾ ਨਾਲ। ਡਨ। ਤਾਂ ਐਸਾ ਨਹੀਂ ਹੈ ਕਿ ਆਪਾਂ ਨੂੰ ਸਟੈਟਿਕ ਨਹੀਂ ਕਰਨਾ। ਸਟੈਟਿਕ ਪਤਾ ਜੋ ਰੈਂਡਮ ਕੁਐਸਚਨ ਹੁੰਦੇ ਆ, ਫਾਰਮ ਨੰਬਰ ਹੋ ਗਿਆ, ਸੈਕਸ਼ਨ ਨੰਬਰ ਹੋ ਗਿਆ, ਤਾਂ ਉਹ ਤੁਸੀਂ ਜ਼ਰੂਰੀ ਨਹੀਂ ਹੈ ਤੁਸੀਂ ਉਸ ਨੋਟਸ 'ਚੋਂ ਪੜ੍ਹੋ, ਹਮੇਸ਼ਾ ਉਹਨੂੰ MCQs ਦੁਆਰਾ ਰਿਵੀਜ਼ਨ ਕਰਨੀ ਹੈ। ਜਿਹੜੀ ਕੰਸੈਪਟ ਬੇਸ ਚੀਜ਼ਾਂ ਹੁੰਦੀਆਂ ਉਹ ਤੁਸੀਂ ਉਸ 'ਚੋਂ ਪੜ੍ਹਨੀਆਂ ਨੇ। ਜਿਹੜੀ ਕੰਸੈਪਟ ਬੇਸ ਨਹੀਂ ਹੈ, ਸਿਰਫ ਰੱਟਾ ਹੀ ਝਾੜਨਾ ਹੈ, ਰੱਟਾ ਮਤਲਬ ਦਿਮਾਗ ਵਿੱਚ ਬਾਰ ਬਾਰ ਬਿਠਾਉਣਾ ਹੈ ਸਬਕੌਂਸ਼ੀਅਸ ਮਾਈਂਡ ਵਿੱਚ, ਉਹ ਤੁਹਾਨੂੰ MCQs ਦੀ ਰਿਵੀਜ਼ਨ ਨਾਲ ਹੀ ਬਿਠਾਉਣਾ ਹੈ। ਸੋ ਥੈਂਕ ਯੂ ਵੈਰੀ ਮਚ।